ਅੱਜ ਦੇ ਸਾਡੇ ਸਪੈਸ਼ਲ ਪ੍ਰੋਗਰਾਮ ਪੱਟ ਦੀਆਂ ਖਬਰਾਂ ਵਿੱਚ ਬਹੁਤ ਸਵਾਗਤ। ਮੈਂ ਦਵਿੰਦਰ ਤੂਰ ਤੇ ਮੇਰੇ ਨਾਲ ਹਰਪ੍ਰੀਤ ਰੰਧਾਵਾ ਕੈਲਰੀ ਤੋਂ ਤੇ ਪਰਮਿੰਦਰ ਸਿੰਘ ਜੀ ਜੁੜ ਰਹੇ ਨੇ ਟੋਰਾਂਟੋ ਤੋਂ। ਪਹਿਲਾਂ ਤਾਂ ਤੁਹਾਡਾ ਦੋਹਾਂ ਦਾ ਬਹੁਤ ਸਵਾਗਤ। ਥੈਂਕ ਯੂ। ਧੰਨਵਾਦ ਦਵਿੰਦਰ ਜੀ। ਪੱਟ ਦੀਆਂ ਖਬਰਾਂ ਦੀ ਜੇ ਗੱਲਬਾਤ ਕੀਤੀ ਜਾਵੇ ਤਾਂ ਜਿਹੜੀ ਪੱਟ ਦੀ ਖਬਰ ਹਿੰਦੁਸਤਾਨ ਤੋਂ ਆ ਰਹੀ ਆ, ਉਹ ਸੂਬੇ ਨੂੰ ਜਿਹੜਾ ਕਿ ਉਹ ਸੂਬਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਮਹਾਰਾਸ਼ਟਰ ਦੇ ਵਿੱਚ ਜਿਹੜਾ ਬੀਫ ਦਾ ਬੈਨ ਸੀਗਾ, ਸਰਟਨ ਡੇਜ਼ ਦੇ ਵਿੱਚ ਜੈਨ ਧਰਮ ਦੇ ਵਿੱਚ ਜਿਹੜੇ 27 ਸਤੰਬਰ ਤੱਕ ਬੈਨ ਲਾਇਆ ਗਿਆ, ਉਸ ਬਾਰੇ ਗੱਲਬਾਤ ਕਰ ਰਹੇ ਸੀਗੇ ਕਿ ਉਹ ਬੈਨ ਕਿਉਂ ਲਾਇਆ ਗਿਆ, ਲਾਉਣਾ ਚਾਹੀਦਾ ਸੀ ਜਾਂ ਨਹੀਂ। ਪਰ ਜਿਹੜੀ ਅੱਜ ਨਵੀਂ ਖਬਰ ਆ ਰਹੀ ਆ, ਮਹਾਰਾਸ਼ਟਰ ਸਰਕਾਰ ਨੇ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਜਪਾ ਦੀ ਸਰਕਾਰ ਆ ਤੇ ਉਹਨਾਂ ਦੀ ਭਾਈਵਾਲ ਸ਼ਿਵ ਸੈਨਾ ਹੈਗੀ ਆ। ਸ਼ਿਵ ਸੈਨਾ ਦੇ ਜਿਹੜੇ ਲੀਡਰ ਨੇ, ਉਹਨਾਂ ਦੇ ਨੇਤਾ ਨੇ, ਉਹਨਾਂ ਉੱਥੋਂ ਦੇ ਮੰਤਰੀ ਨੇ, ਉਹਨਾਂ ਨੇ ਅੱਜ ਅਨਾਉਂਸਮੈਂਟ ਕੀਤੀ ਆ ਕਿ ਮਹਾਰਾਸ਼ਟਰ ਦੇ ਵਿੱਚ 1 ਲੱਖ ਆਟੋ ਰਿਕਸ਼ਾ ਪਰਮਿਟ ਦਿੱਤੇ ਜਾਣਗੇ ਨਵੰਬਰ ਤੋਂ। ਉਹਨਾਂ ਦੇ ਵਿੱਚ ਜਿਹੜੀ ਯੋਗਤਾ ਹੋਈ ਆ ਉਸ ਦੇ ਬਾਰੇ ਕੁਝ ਪ੍ਰਸ਼ਨ ਚਿੰਨ੍ਹ ਜ਼ਰੂਰ ਸ਼ੁਰੂ ਹੋ ਗਏ ਨੇ। ਪਹਿਲੀ ਯੋਗਤਾ ਸਿਰਫ ਤੁਸੀਂ ਮਰਾਠੀ ਸਪੋਕਨ ਹੋਣੇ ਚਾਹੀਦੇ ਹੋ। 15 ਸਾਲ ਤੋਂ ਮਹਾਰਾਸ਼ਟਰ ਦੇ ਵਿੱਚ ਰਹਿਣ ਦਾ ਡੋਮਿਸਾਈਲ ਸਰਟੀਫਿਕੇਟ ਹੋਣਾ ਚਾਹੀਦਾ। 8ਵੀਂ ਪਾਸ ਹੋਣੇ ਚਾਹੀਦੇ ਹੋ। ਜਦੋਂ ਮਹਾਰਾਸ਼ਟਰ ਦੇ ਵਿੱਚ ਮਰਾਠੀ ਦੀ ਗੱਲ ਕੀਤੀ ਜਾਵੇ ਤਾਂ ਥੋੜ੍ਹੀ ਬਹੁਤ ਨੁਕਤਾ ਚਿੰਤੀ ਤੇ ਕਿੰਤੂ ਪਰੰਤੂ ਬਣਨਗੇ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੁੰਬਈ ਮਹਾਰਾਸ਼ਟਰ ਦੇ ਵਿੱਚ ਇੱਕ ਅਜਿਹਾ ਸ਼ਹਿਰ ਆ ਜਿੱਥੋਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ, ਖਾਸ ਕਰਕੇ ਨਾਰਥ ਈਸਟਰਨ ਸਟੇਟ ਲਾਈਕ ਬਿਹਾਰ, ਯੂਪੀ, ਪੰਜਾਬ, ਉੱਥੋਂ ਕਾਫੀ ਲੋਕੀ ਉੱਥੇ ਕੰਮਕਾਰ ਦੀ ਭਾਲ ਦੇ ਵਿੱਚ ਜਾਂਦੇ ਨੇ। ਤੇ ਜੇ ਗੱਲ ਆਟੋ ਰਿਕਸ਼ਾ ਦੀ ਜਾਂ ਟੈਕਸੀਆਂ ਦੀ ਕੀਤੀ ਜਾਵੇ ਤਾਂ ਜਿਹੜੇ ਪੰਜਾਬ ਦੇ ਵਿੱਚੋਂ ਕਾਫੀ ਉੱਥੇ ਲੋਕੀ ਮੂਵ ਹੋਏ ਨੇ। ਸਾਡਾ ਟਰਾਂਸਪੋਰਟੇਸ਼ਨ ਦੇ ਵਿੱਚ ਨਾਲ ਹੋਣ ਦੇ ਨਾਲ, ਟਰੱਕ ਚਲਾਉਣ ਦੇ ਨਾਲ, ਟੈਕਸੀਆਂ ਚਲਾਉਣ ਦੇ ਨਾਲ ਕਾਫੀ ਸੰਬੰਧ ਰਿਹਾ। ਕੀ ਫਰਕ ਪਊਗਾ ਪੰਜਾਬੀ ਸਪੋਕਨ ਵਾਲਿਆਂ ਨੂੰ ਜਿਹੜੇ ਮਹਾਰਾਸ਼ਟਰ ਦੇ ਵਿੱਚ ਜਾਣਗੇ? ਮਹਾਰਾਸ਼ਟਰ ਦੇ ਵਿੱਚ ਇਕੱਲੇ ਮਰਾਠੀਆਂ ਨੂੰ ਇੱਕ ਰਿਜ਼ਰਵ ਪਰਮਿਟ ਦੇ ਦੇਣਾ, ਇਹ ਕੀ ਗੱਲ ਉਚਿਤ ਆ ਜਾਂ ਨਹੀਂ? ਸ਼ੁਰੂਆਤ ਕਰਾਂਗੇ ਪਰਮਿੰਦਰ ਸਿੰਘ ਜੀ ਤੋਂ। ਇਕੱਲੇ ਮਰਾਠੀਆਂ ਨੂੰ 1 ਲੱਖ ਪਰਮਿਟ ਦੇ ਦੇਣੇ, ਜੇ ਮਰਾਠੀ ਸਪੋਕਨ ਹੋ, ਜੇ ਪੰਜਾਬੀ ਜਾਂ ਹਿੰਦੀ ਬੋਲਦੇ ਹੋ ਤਾਂ ਕੋਈ ਅਹਿਮਤ ਨਹੀਂ। ਕੀ ਇਹ ਗੱਲ ਠੀਕ ਆ ਪਰਮਿੰਦਰ ਸਿੰਘ ਜੀ ਜਾਂ ਨਹੀਂ? ਦਵਿੰਦਰ ਜੀ, ਪਹਿਲੀ ਗੱਲ, ਮਰਾਠੀ ਸਪੀਕਿੰਗ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਗੱਲ ਕੀਤੀ ਗਈ ਹੈ। ਇਹ ਤੁਸੀਂ ਕਿਸੇ ਵੀ ਰੀਜਨ ਦੇ ਵਿੱਚ ਚਲ ਜਾਓ, ਉੱਥੇ ਹਮੇਸ਼ਾ ਇਹ ਹੁੰਦਾ ਆ ਕਿ ਉੱਥੇ ਜਿਹੜੀ ਲੋਕਲ ਲੈਂਗੁਏਜ ਹੈਗੀ ਆ ਉਹ ਤੁਹਾਨੂੰ ਜ਼ਰੂਰ ਆਉਣੀ ਚਾਹੀਦੀ ਹੈ, ਕਿਉਂਕਿ ਜ਼ਿਆਦਾਤਰ ਜਿਹੜਾ ਤੁਸੀਂ ਇੰਟਰੈਕਟ ਕਰਨਾ ਹੁੰਦਾ ਲੋਕਲ ਲੋਕਾਂ ਦੇ ਨਾਲ ਇੰਟਰੈਕਟ ਕਰਨਾ ਹੁੰਦਾ ਆ। ਸੋ ਪਹਿਲੀ ਗੱਲ ਇਹ ਆ ਕਿ ਮੁੰਬਈ ਜਾਂ ਜਿਹਨੂੰ ਆਪਾਂ ਬੰਬੇ ਦੇ ਨਾਮ ਨਾਲ ਵੀ ਜਾਣਦੇ ਹਾਂ, ਉੱਥੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇੱਕ ਤੋਂ ਜ਼ਿਆਦਾ ਲੈਂਗੁਏਜਸ ਬੋਲਦੇ ਨੇ। ਉੱਥੇ ਕੱਟੜਵਾਦ ਤਾਂ ਨਹੀਂ ਹੈਗੀ ਕਿਸੇ ਲੈਂਗੁਏਜ ਨੂੰ ਲੈ ਕੇ, ਪਰ ਉਹਦੇ ਨਾਲ ਦੀ ਨਾਲ ਅਗਰ ਇਹ ਰੂਲ ਜਿਹੜਾ ਆ ਉੱਥੇ ਲਾਗੂ ਕੀਤਾ ਗਿਆ ਆ ਤੇ ਮੈਂ ਨਹੀਂ ਸਮਝਦਾ ਕਿ ਇਹਦੇ ਵਿੱਚ ਸਾਨੂੰ ਇਹਨੂੰ ਕੋਈ ਹਊਆ ਬਣਾਉਣਾ ਚਾਹੀਦਾ ਆ। ਇਹ ਰੂਲ ਪਹਿਲਾਂ ਵੀ ਐਗਜ਼ਿਸਟ ਕਰਦਾ ਸੀਗਾ ਤੇ ਹੁਣ ਇਸ ਨੂੰ ਦੁਬਾਰਾ ਥੋੜ੍ਹਾ ਫੋਰਸਫੁਲੀ ਲਾਗੂ ਕੀਤਾ ਜਾ ਰਿਹਾ ਹੈ ਕਿ ਹਾਂਜੀ, ਜਿਹੜੇ ਮਰਾਠੀ ਜਿਹਨਾਂ ਨੂੰ ਚੰਗੀ ਤਰ੍ਹਾਂ ਆਉਂਦੀ ਆ ਉਹ ਜਿਹੜੇ ਉਹਨਾਂ ਨੂੰ ਹੀ ਆਟੋ ਦਾ ਜਿਹੜਾ ਲਾਇਸੈਂਸ ਹੈਗਾ, ਪਰਮਿਟ ਹੈਗਾ, ਉਹ ਦਿੱਤਾ ਜਾਊਗਾ। ਹਰਪ੍ਰੀਤ ਜੀ। ਦਵਿੰਦਰ ਜੀ, ਮੈਂ ਇਸ ਤੋਂ ਬਿਲਕੁਲ ਵੀ ਐਗਰੀ ਨਹੀਂ ਕਰਦਾ। ਆਈ ਡੋਂਟ ਅੰਡਰਸਟੈਂਡ ਕਿ ਮਹਾਰਾਸ਼ਟਰ ਗਵਰਨਮੈਂਟ ਜਾਂ ਮੁੰਬਈ ਮਿਊਨਿਸਪਲ ਕਾਰਪੋਰੇਸ਼ਨ ਇਹ ਕਿਹਦੇ ਪਿੱਛੇ ਲੱਗਿਆ, ਵਾਟ ਦੇ ਆਰ ਬਿਹਾਈਂਡ, ਇਹ ਕੀ ਕਰਨਾ ਚਾਹੁੰਦੇ ਆ। ਕਦੀ ਤੇ ਮੀਟ ਬੈਨ ਕਰਦੇ, ਅਜੇ ਵੀ ਹੁਣ ਉਹੀ ਕੰਟਰੋਵਰਸੀ ਚੱਲ ਰਹੀ ਸੀ। ਕਦੀ ਕੀ ਕਹਿੰਦੇ ਹੁਣ ਆਂਦੇ ਕਿ ਮਰਾਠੀ ਅਸੀਂ ਆਟੋਜ਼ ਦੀ ਗੱਲ ਕਰਦੇ ਪਏ, ਆਟੋ ਪਰਮਿਟ ਦੀ। ਮੀਟ ਬੈਨ ਤਾਂ ਚਲੋ ਅਲੱਗ ਟੌਪਿਕ ਹੈਗਾ ਆ, ਉਹ ਫੇਕ ਉਹ ਵੀ ਤੇ ਇਹੀ ਗਵਰਨਮੈਂਟ ਨੇ ਲਾਇਆ ਸੀ ਕਿ ਦੂਜੀ ਗਵਰਨਮੈਂਟ ਨਹੀਂ ਸੀ। ਨਹੀਂ, ਪਰ ਜਿਹੜਾ ਮੁੱਦਾ ਹੈਗਾ ਇਸ ਵੇਲੇ ਅਸੀਂ ਡਿਸਕਸ ਕਰਦੇ ਪਏ ਉਹ ਆਈ ਥਿੰਕ ਪਰਮਿੰਦਰ ਸਿੰਘ ਜੀ, ਮੈਨੂੰ ਮੁੱਦਾ ਚੰਗੀ ਤਰ੍ਹਾਂ ਪਤਾ ਵਾ। ਆਈ ਨੋ ਦਾ ਮੁੱਦਾ, ਮੈਨੂੰ ਪਤਾ ਮੁੱਦਾ ਕੀ ਆ। ਪਰ ਤੁਸੀਂ ਇਹ ਦੱਸੋ ਕਿ ਜਦੋਂ ਜਿਹੜੇ ਬਿਹਾਰ ਤੋਂ ਜੇ ਕੋਈ ਉੱਥੇ ਜਾਂਦਾ ਵਾ, ਜਿਹਨੇ ਆਟੋ ਚਲਾਉਣਾ ਵਾ, ਜੇ ਉਹਨੂੰ ਮਰਾਠੀ ਨਹੀਂ ਆਉਂਦੀ, ਤੁਸੀਂ ਉਹਨੂੰ ਪਰਮਿਟ ਨਹੀਂ ਦਿਓਗੇ? ਪਰ ਤੁਸੀਂ ਹਰਪ੍ਰੀਤ ਜੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਬਿਹਾਰ ਤੋਂ ਜਾਊਗਾ ਨਾ ਤਾਂ ਉਹਨੂੰ ਉੱਥੇ ਮੀਟ ਖਾਣ ਦੇਣਾ, ਹੁਣ ਨਾ ਆਟੋ ਰਿਕਸ਼ਾ ਚਲਾਉਣ ਦੇਣਾ, ਨਾ ਉਹਨੂੰ ਐਗਜ਼ਾਮ ਦਿੰਦੇ ਨੇ। ਪਰਮਿੰਦਰ ਸਿੰਘ ਜੀ, ਤੇ ਇਹਦਾ ਮਤਲਬ ਲੋਕਾਂ ਜਿਹੜੇ ਆਪਣੇ ਨਾਰਦਰਨ ਇੰਡੀਆ ਦੇ ਵਿੱਚੋਂ ਜਿਹੜੇ ਲੋਕੀ ਮੂਵ ਹੁੰਦੇ ਨੇ, ਉਹਨਾਂ ਦੀ ਮੂਵਮੈਂਟ ਨੂੰ ਡਿਸਕਰੇਜ ਕਰਨ ਵਾਲੀ ਗੱਲ ਕਿਹਾ ਜਾਵੇ ਜਾਂ ਨਹੀਂ? ਨਹੀਂ ਦਵਿੰਦਰ ਜੀ, ਇੱਥੇ ਇਹ ਜਿਹੜਾ ਹੈਗਾ ਇਲਜ਼ਾਮ ਹੈ ਸਰਾਸਰ ਗਲਤ ਹੈਗਾ ਆ। ਇਹ ਮੈਂ ਪਹਿਲਾਂ ਵੀ ਕਹਿ ਚੁੱਕਾ, ਜਿੱਥੇ ਵੀ ਤੁਸੀਂ ਕੋਈ ਪਰਮਿਟ ਲੈਣਾ ਹੈ ਤੁਹਾਨੂੰ ਲੋਕਲ ਲੈਂਗੁਏਜ ਜਿਹੜੀ ਆ ਉਹ ਆਉਣੀ ਜ਼ਰੂਰੀ ਹੁੰਦੀ ਆ। ਕਿਉਂਕਿ ਇੱਕ ਤੇ ਜਿਹੜੇ ਉੱਤੇ ਸਾਇੰਸ ਸਿੰਘ ਜੀ, ਇੱਕ ਮਿੰਟ, ਕਿਉਂ ਜ਼ਰੂਰੀ ਹੁੰਦੀ ਆ? ਸਾਇੰਸ ਹੈਗੇ ਆ, ਸਟਰੀਟ ਦੇ ਨਾਮ ਹੈਗੇ ਆ, ਉਹ ਨੈਸ਼ਨਲ ਲੈਂਗੁਏਜ ਹੈ, ਨਾਮ ਹੈਗੇ ਸਾਰੇ ਉਹ ਲੋਕਲ ਲੈਂਗੁਏਜਸ ਦੇ ਵਿੱਚ ਲਿਖੇ ਜਾਂਦੇ ਹੈਗੇ ਆ। ਉਹ ਉੱਥੇ ਇੰਟਰਨੈਸ਼ਨਲ ਲੈਂਗੁਏਜ ਦੇ ਵਿੱਚ ਹੁੰਦੇ ਜ਼ਰੂਰ ਹੈਗੇ, ਇੰਗਲਿਸ਼ ਦੇ ਵਿੱਚ ਜ਼ਰੂਰ ਹੁੰਦੇ ਆ, ਪਰ ਜ਼ਿਆਦਾਤਰ ਜਿਹੜੇ ਲੋਕਲ ਸਟਰੀਟਾਂ ਦੇ ਨਾਮ ਹੁੰਦੇ ਆ ਉਹ ਲੋਕਲ ਲੈਂਗੁਏਜਸ ਦੇ ਵਿੱਚ ਹੀ ਲਿਖੇ ਗਏ ਹੁੰਦੇ ਆ। ਓਕੇ, ਕੱਲਾ ਰਿਕਸ਼ਾ ਚਲਾਉਣਾ ਜਾਂ ਆਟੋ ਰਿਕਸ਼ਾ ਚਲਾਉਣਾ ਇੱਕ ਬਿਜ਼ਨਸ ਮੁੰਬਈ ਦੇ ਵਿੱਚ, ਮੁੰਬਈ ਜਿਹਨੂੰ ਕਦੇ ਬੰਬੇ ਕਹਿੰਦੇ ਹੁੰਦੇ ਸੀ, ਉਸ ਦੇ ਵਿੱਚ ਤਾਂ ਨਹੀਂ ਹੈਗਾ।
ਹੁਣ ਤੁਸੀਂ ਗੱਲ ਕਰਦੇ ਹੋ ਲੋਕਾਂ ਦੇ ਇੰਟਰੈਕਸ਼ਨ ਦੀ, ਕਨਵੀਨੀਅੰਸ ਸਟੋਰ ਚਲਾਉਣੇ, ਛੋਟੇ ਸਟੋਰ ਚਲਾਉਣੇ, ਗਰੋਸਰੀ ਸਟੋਰ ਚਲਾਉਣੇ, ਕੱਪੜੇ ਦੀਆਂ ਦੁਕਾਨਾਂ, ਜੁਐਲਰੀ ਦੀਆਂ ਦੁਕਾਨਾਂ, ਦੂਜੇ ਦੁਕਾਨੇ ਬਾਲੀਵੁੱਡ ਦੇ ਵਿੱਚ ਕੰਮ ਕਰਨਾ, ਦੂਜੇ ਪਾਸੇ ਜੇ ਰਿਕਸ਼ਿਆਂ ਦੀ ਗੱਲ ਕੀਤੀ ਜਾਵੇ ਫਿਰ ਟੈਕਸੀਆਂ ਚਲਾਉਣੀਆਂ, ਫਿਰ ਟਰੱਕਾਂ ਦੇ ਲਈ ਨੈਸ਼ਨਲ ਪਰਮਿਟ ਲੈਣਾ, ਸਾਰਿਆਂ ਲਈ ਕੀ ਮਰਾਠੀ ਸਪੀਕਿੰਗ ਜ਼ਰੂਰੀ ਹੋਣੀ ਚਾਹੀਦੀ ਹੈ? ਨਹੀਂ ਦਵਿੰਦਰ ਜੀ, ਇਹ ਸਿਰਫ ਆਟੋ ਵਾਸਤੇ ਹੋਣੀ ਚਾਹੀਦੀ ਆ, ਸਿਰਫ ਲੋਕਲ ਟਰੈਵਲਿੰਗ ਦੇ ਲਈ ਆਟੋ ਯੂਜ਼ ਹੁੰਦਾ ਹੈ। ਵਾਟ ਅਬਾਊਟ ਟੈਕਸੀ ਬਾਰੇ ਕੀ? ਟੈਕਸੀ ਵੀ ਲੋਕਲ ਹੀ ਆ। ਟੈਕਸੀ ਹੁਣ ਉਹਨਾਂ ਨੇ ਫਰਕ ਕਰ ਦਿੱਤਾ ਹੈ ਕਿ ਟੈਕਸੀ ਜਿਹੜੀ ਹੈਗੀ ਆ, ਕਿਉਂਕਿ ਹੁਣ ਜਦੋਂ ਨਾਰਮਲੀ ਕੋਈ ਵੀ ਆਊਟ ਆਫ ਸਟੇਟ ਆਊਗਾ, ਆਊਟ ਆਫ ਪ੍ਰੋਵਿੰਸ ਤੋਂ ਕੋਈ ਆਊਗਾ, ਅਸੀਂ ਜ਼ਿਆਦਾਤਰ ਕਿਉਂਕਿ ਜਾਣੇ ਅਸੀਂ ਟੈਕਸੀ ਹਾਇਰ ਕਰਦੇ ਆ, ਆਟੋ ਬਹੁਤ ਘੱਟ ਲੋਕ ਜਿਹੜੇ ਹਾਇਰ ਕਰਦੇ ਆ। ਸਿਰਫ ਕਿਉਂ ਨਹੀਂ ਹਾਇਰ ਕਰਦੇ ਆਟੋ? ਬਹੁਤ ਲੋਕ ਆਟੋ ਹਾਇਰ ਕਰਦੇ ਨੇ, ਆਟੋ ਚੀਪਰ ਆ, ਲੋਕ ਆਟੋ ਹਾਇਰ ਕਰਦੇ ਨੇ। ਜ਼ਿਆਦਾਤਰ ਜਿਹੜੇ ਲੋਕਲ ਮੇਰੇ ਖਿਆਲ ਦਵਿੰਦਰ ਜੀ ਜੋ ਮਰਾਠਾ, ਕਿਉਂਕਿ ਚੀਪ ਹੁੰਦਾ ਹੈ ਉਹ। ਮੇਰੇ ਖਿਆਲ ਦਵਿੰਦਰ ਜੀ ਜੋ ਮਰਾਠਾ ਮਾਨੂਖ ਦੀ ਇਹਦੀ ਗੱਲ ਕੀਤੀ ਜਾ ਰਹੀ ਸੀ, ਇਹ ਫੋਰਸ ਕੀਤਾ ਜਾ ਰਿਹਾ ਵਾ, ਤੇ ਕੁਝ ਜਿਹੜੇ ਲੋ ਪੇਡ ਜੌਬਸ ਨੇ ਇਹਨਾਂ ਨੂੰ ਪਤਾ ਵਾ ਕਿ ਬਿਹਾਰ ਤੋਂ ਕਾਫੀ ਲੋਕ ਜਾਂਦੇ ਨੇ, ਜੌਬਾਂ ਲੈਂਦੇ ਨੇ, ਇਹ ਉਹ ਜੌਬਾਂ ਨੂੰ ਪ੍ਰੋਟੈਕਟ ਕਰਨ ਦੇ ਆ। ਬੇਸਿਕਲੀ ਇਟਸ ਅ ਕਾਈਂਡ ਆਫ ਕੰਪੀਟੀਸ਼ਨ ਦੇ ਵਾਂਟ ਕਿਲਡ। ਸੋ ਜੇ ਕੱਲ ਨੂੰ ਜਿਹੜੇ ਇਹ ਪਰਮਿਟ ਨੇ ਇਹ ਸਿਰਫ ਮੁੰਬਈ ਦੇ ਵਿੱਚ ਹੀ ਐਪਲੀਕੇਬਲ ਹੋਣੇ ਨੇ, ਕਿਉਂਕਿ MMR ਜਿਹੜੀ ਮੁੰਬਈ ਮੈਟਰੋਪੋਲੀਟਨ ਰੀਜਨ ਦੇ ਵਿੱਚ ਨਵੇਂ ਪਰਮਿਟ ਦਿੱਤੇ ਜਾਣੇ ਆ। ਇੱਕ ਗੱਲ ਵੈਸੇ ਪਰਮਿੰਦਰ ਸਿੰਘ ਦੇ ਹੱਕ ਵਿੱਚ ਵੀ ਜਾਂਦੀ ਹੈ ਕਿ ਜਿਹੜੇ ਐਗਜ਼ਿਸਟਿੰਗ ਪਰਮਿਟ ਨੇ ਉਹਨਾਂ ਦੀ ਰਿਕੁਆਇਰਮੈਂਟ ਇਹ ਨਹੀਂ ਹੋਊਗੀ ਕਿ ਤੁਹਾਨੂੰ ਮਰਾਠੀ ਆਉਂਦੀ ਹੋਵੇ, ਪਰ ਜਿਹੜੇ ਨਵੇਂ ਪਰਮਿਟ ਦੇਣੇ ਨੇ ਉਸ ਦੇ ਵਿੱਚ ਮਰਾਠੀ ਇੱਕ ਰਿਕੁਆਇਰਮੈਂਟ ਆ। ਪਰ ਪਰਮਿੰਦਰ ਸਿੰਘ ਜੀ, ਜੇ ਕੱਲ ਨੂੰ ਤੁਸੀਂ ਟੋਰਾਂਟੋ ਤੋਂ ਕੁਬੈਕ ਮੂਵ ਹੋ ਕੇ ਜਾਂਦੇ ਹੋ, ਟੈਕਸੀ ਚਲਾਉਣਾ ਚਾਹੁੰਦੇ ਹੋ, ਤੇ ਉੱਥੇ ਦੀ ਗਵਰਨਮੈਂਟ ਬਣਾ ਦਿੰਦੀ ਹੈ ਕਿ ਇਕੱਲੀ ਫ੍ਰੈਂਚ ਬੋਲੋਗੇ ਤਾਂ ਹੀ ਟੈਕਸੀ ਦੀ ਲਾਇਸੈਂਸ ਦਵਾਂਗੇ, ਨਹੀਂ ਤਾਂ ਤੁਸੀਂ ਇੱਥੇ ਟੈਕਸੀ ਨਹੀਂ ਚਲਾ ਸਕਦੇ। ਕੀ ਬਲੀਵ ਕਰੋ ਦਵਿੰਦਰ ਜੀ, ਕੱਲੀ ਫ੍ਰੈਂਚ ਦੀ ਤੁਸੀਂ ਗੱਲ ਕੀਤੀ ਆ, ਹੁਣ ਕੱਲੀ ਫ੍ਰੈਂਚ ਜਿਹੜੀ ਹੈਗੀ ਆ ਉਹ ਤੇ ਇੱਕ ਐਸਟ ਹੈਗਾ ਤੁਹਾਡਾ ਕਿ ਤੁਹਾਨੂੰ ਆਉਂਦੀ ਹੋਣੀ ਚਾਹੀਦੀ ਆ। ਮਰਾਠੀ ਉੱਥੇ ਐਸਟ ਨਹੀਂ, ਬਿਲਕੁਲ ਬਣਾ ਸਕਦੀ ਆ। ਆਈ ਥਿੰਕ ਲੋਕਲ ਸਿਟੀ ਦੇ ਵਿੱਚ ਇਹ ਉਹਨਾਂ ਦੀ ਪਾਲਿਸੀ ਹੋ ਸਕਦੀ ਆ ਕਿ ਤੁਹਾਨੂੰ ਫ੍ਰੈਂਚ ਦੀ ਜਾਣਕਾਰੀ ਜ਼ਰੂਰ ਹੋਵੇ, ਤਾਂ ਕਿ ਤੁਸੀਂ ਲੋਕਲ ਰੈਜ਼ੀਡੈਂਟਸ ਦੇ ਨਾਲ ਜਿਹੜੇ ਇੱਥੇ ਸਾਈਨਸ ਲੱਗੇ ਹੋਏ ਆ ਉਹਨਾਂ ਨੂੰ ਤੁਸੀਂ ਪ੍ਰੋਪਰਲੀ ਫੋਲੋ ਕਰ ਸਕੋ, ਜਿਹੜੇ ਸਟਰੀਟਸ ਦੇ ਨਾਮ ਹੈਗੇ ਆ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਫੋਲੋ ਕਰ ਸਕੋ, ਤਾਂ ਕਰਕੇ ਤੁਹਾਨੂੰ ਫ੍ਰੈਂਚ ਦੀ ਜਾਣਕਾਰੀ ਤੁਸੀਂ ਬਾਰ-ਬਾਰ ਸਟਰੀਟ ਦੇ ਨਾਂ ਦੀ ਗੱਲ ਕਰ ਰਹੇ ਹੋ। ਮੈਨੂੰ ਇੱਕ ਗੱਲ ਦੱਸੋ, ਬੰਬੇ ਵਿੱਚ ਕਿੰਨੇ ਨਾ, ਇੱਕ ਮਿੰਟ ਪਰਮਿੰਦਰ ਸਿੰਘ ਜੀ, ਬੰਬੇ ਵਿੱਚ ਪਰਮਿੰਦਰ ਸਿੰਘ ਜੀ, ਬੰਬੇ ਵਿੱਚ 90% ਨੇਮ ਤੇ ਇੰਗਲਿਸ਼ ਨੇ, 90% ਸਟਰੀਟ ਸਾਈਨ ਤੇ ਇੰਗਲਿਸ਼ ਨੇ। ਤੁਸੀਂ ਕਿਹੜੇ ਸਾਈਨਸ ਦੀ ਗੱਲ ਕਰ ਰਹੇ ਜੋ? ਤੁਸੀਂ ਹਰਪ੍ਰੀਤ ਜੀ ਮੇਨ ਸਟਰੀਟਸ ਦੇ ਨਾਮ ਦੀ ਗੱਲ ਕਰਦੇ ਪਏ ਹੋ, ਜਿਹੜੇ ਮੈਂ ਸਾਰੀਆਂ ਸਟਰੀਟਾਂ ਦੀ ਨਾਮ ਦੀ ਗੱਲ ਕਰਦਾ ਪਿਆ ਵਾਂ। GPS ਦੇ ਯੁੱਗ ਵਿੱਚ ਤੁਸੀਂ ਕੀ ਕਹਿੰਦੇ ਮਰਾਠੀ ਸਾਈਨਾਂ ਦੀ ਗੱਲ ਕਰਦੇ ਪਏ ਜੋ? ਹਰਪ੍ਰੀਤ ਜੀ, ਅਜੇ ਤੱਕ ਇੰਡੀਆ ਦੇ ਵਿੱਚ GPS ਜਿਹੜਾ ਹੈ ਉਹ ਇੰਨਾ ਚੰਗੇ ਤਰੀਕੇ ਨਾਲ ਲਾਗੂ ਨਹੀਂ ਹੋਇਆ ਹੈਗਾ, ਔਰ ਸ਼ਾਇਦ ਉੱਥੇ ਅਜੇ GPS ਡਿਵਾਈਸ ਆਉਣ ਨੂੰ ਟਾਈਮ ਲੱਗੂਗਾ ਕਿ ਉਹ ਲੋਕਲ ਸਟਰੀਟਸ ਦੇ ਜਦੋਂ GPS ਡਿਵਾਈਸ ਆ ਜਾਊਗਾ ਤੁਸੀਂ ਇਹ ਰੂਲ ਹਟਾ ਦੋਗੇ? ਅੱਛਾ ਪਰਮਿੰਦਰ ਸਿੰਘ ਜੀ, ਤੁਸੀਂ ਫੈਕਟਾਂ ਦੀ ਗੱਲ ਕਰਦੇ ਆ, ਲੈਟਸ ਟਾਕ ਅਬਾਊਟ ਫੈਕਟਸ। ਮੁੰਬਈ ਸ਼ਹਿਰ ਦੇ ਵਿੱਚ ਕਿੰਨੇ % ਲੋਕ ਮਰਾਠੀ ਸਪੋਕਨ ਨੇ? ਆਈ ਥਿੰਕ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉੱਥੇ ਮਰਾਠੀ ਸਪੀਕਰ। ਜੇ ਮੈਂ ਕਹਾਂ ਨਹੀਂ ਜ਼ਿਆਦਾ ਫਿਰ ਕੀ ਕਹੋਗੇ? ਨਹੀਂ ਜੀ, ਇਸ ਗੱਲ ਦਾ ਮੈਨੂੰ ਪਤਾ ਹੈ, ਮੈਂ ਖੁਦ ਵਿਜ਼ਿਟ ਕੀਤਾ, ਉੱਥੇ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਮਰਾਠੀ ਬੋਲਦੇ ਆ। ਤੇ ਜੇ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਸੀਂ ਮਰਾਠੀ ਬੋਲਦੇ ਹੋ, ਰਾਈਟ? ਨਹੀਂ, ਅਸੀਂ ਹਿੰਦੀ ਪੰਜਾਬੀ ਦੇ ਵਿੱਚ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਸਮਝਦੇ ਆ ਉੱਥੇ ਸਾਰੇ ਜਿੰਨੇ ਆਟੋ ਰਿਕਸ਼ਾ ਡਰਾਈਵਰਸ ਹੈਗੇ ਆ। ਕਈ ਪੰਜਾਬੀ ਰਿਕਸ਼ਾ ਜਿਹੜੇ ਡੋਮੀਨੇਟਡ ਨੇ, ਤੇ ਜਿਵੇਂ ਹੁਣ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਕਿ ਬਿਹਾਰ ਤੋਂ ਜਿਹੜੇ ਲੋਕੀ ਆਉਂਦੇ ਨੇ, ਆਮ ਲੋਕੀ ਬਿਹਾਰ ਵਾਲੇ ਉੱਥੇ ਆਟੋ ਰਿਕਸ਼ਾ ਪੰਜਾਬ ਦੇ ਵਿੱਚ ਚਲਾਉਂਦੇ ਨੇ, ਜੇ ਅਸੀਂ ਪੰਜਾਬੀ ਉੱਥੇ ਦੀ ਰਿਕੁਆਇਰਮੈਂਟ ਕਰ ਦਿੱਤੀ ਜਾਵੇ ਤਾਂ ਕੀ ਇਹ ਗੱਲ ਵਾਜਬ ਹੋਊਗੀ ਕਿ ਜਿਹੜੇ ਬਿਹਾਰੀ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕਹੀਏ ਪਹਿਲਾਂ ਪੰਜਾਬੀ ਸਿੱਖੋ ਫਿਰ ਰਿਕਸ਼ਾ ਚਲਾਉਣ ਦਵਾਂਗੇ? ਦਵਿੰਦਰ ਜੀ, ਇਹ ਏਰੀਆ ਟੂ ਏਰੀਆ ਡਿਪੈਂਡ ਕਰ ਸਕਦਾ ਰੂਲ। ਇੱਕ ਮਿੰਟ, ਜਿਹੜਾ ਰੂਲ ਆਲਰੇਡੀ ਐਗਜ਼ਿਸਟ ਕਰ ਰਿਹਾ ਆ ਉਹਦੇ ਵਿੱਚ ਵੀ ਇਹ ਲਿਖਿਆ ਗਿਆ ਹੈ ਕਿ ਮਰਾਠੀ ਸਪੀਕਿੰਗ ਹੋਣਾ ਚਾਹੀਦਾ ਆ। ਉਸ ਨਹੀਂ, ਉਹਦੀ ਪ੍ਰੀ-ਰੈਕੁਇਜ਼ਿਟ ਆ, ਇਫ ਯੂ ਡੋਨਟ ਸਪੀਕ ਮਰਾਠੀ ਹੈਗੀ ਆਲਰੇਡੀ ਐਗਜ਼ਿਸਟ ਕਰਦੀ ਪਈ ਆ, ਉਸ ਨੂੰ ਸਿਰਫ ਲਾਗੂ ਨਹੀਂ ਸੀ ਕੀਤਾ ਗਿਆ ਪ੍ਰੋਪਰਲੀ, ਹੁਣ ਸਿਰਫ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਆਹ ਗੱਲ ਹੋਈ ਹੈ। ਜੇ ਮੋਦੀ ਸਾਹਿਬ ਜਾ ਕੇ ਉੱਥੇ ਪਰਮਿਟ ਅਪਲਾਈ ਕਰਨਗੇ ਮਿਲੂਗਾ ਜਾਂ ਨਹੀਂ? ਨਹੀਂ ਮਿਲੂਗਾ ਜੀ, ਜੇ ਉਹਨਾਂ ਨੂੰ ਮਰਾਠੀ ਨਹੀਂ ਆਉਂਦੀ ਤਾਂ। ਕੀ ਕੇਂਦਰ ਸਰਕਾਰ ਨੂੰ ਹਸਤਾਖਰ ਕਰਨਾ ਚਾਹੀਦਾ ਜਾਂ ਨਹੀਂ ਹਰਪ੍ਰੀਤ ਜੀ?
बिल्कुल करना चाहिए। तुसी मोदी साहब का एग्जाम्पल दिता, आई थिंक बड़ा वधिया एग्जाम्पल दिता दविंदर जी। मोदी साहब चाह बेचते सी गुजरात विच, अज वो प्राइम मिनिस्टर बन गया। जे हुण ला लो कि इदां ही असीं बैन लाउंदे रहे ते तुसी किन्ने ਜਿਹੜੇ लोग छोटियां जॉबां करते हैं या ਜਿਹੜੇ की कहते लोग रोज़ की मजदूरी करते हैं, तुहानूं नहीं लगता कि उन्होंने डिस्क्रिमिनेट कर रहे आपां, उन्होंने किते आपां भेदभाव कर रहे हैं? जिथे आप एक कंट्री रहने हैं, साडी नैशनल लैंग्वेज इंग्लिश या हिंदी आ, ठीक है, जिवें असीं पंजाबी हाँ, असीं अपने चाहुंदे आ असीं साडी पंजाबी की कहंदे आ वधे फुले, इदां ही मराठी लोग भी चाहुंदे आ, बट यूज प्रॉपर वेज। तुसीं दूजियां उत्ते फोर्स ना करो, तुसीं लोकां नूं जॉब तो किक आउट ना करो। ਜਦੋਂ ਰਿਜ਼ਰਵੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਕਦੇ ਨਾ ਕਦੇ ਡਿਸਕ੍ਰਿਮੀਨੇਸ਼ਨ ਤਾਂ ਹੋ ਹੀ ਜਾਂਦੀ ਆ। ਜੇ ਇਕੱਲੇ ਮਰਾਠੀ ਸਪੋਕਨ ਨੂੰ ਹੀ ਪਰਮਿਟ ਦਿੱਤੇ ਜਾਏ ਤਾਂ ਇਸ ਨੂੰ ਅਸੀਂ ਲੈਂਗੁਏਜ ਬੇਸ डिस्क्रिमिनेशन कमांडे ਜਾਂ नहीं? परमिंदर सिंह जी। ਦਵਿੰਦਰ ਜੀ, ਇਸ ਨੂੰ ਅਸੀਂ ਲੈਂਗੁਏਜ ਬੇਸਡ ਡਿਸਕ੍ਰਿਮੀਨੇਸ਼ਨ ਨਹੀਂ ਕਹਿ ਸਕਦੇ। ਜੇ ਤੁਸੀਂ ਇਹ ਗੱਲ ਕਰਨੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਪਾਰਟਿਕੂਲਰ ਪਰਮਿਟ ਦੇਣ ਦੇ ਲਈ ਜਿਹੜੇ ਵੀ ਉੱਥੇ ਪਰਮਿਟ ਲੈਣੇ ਹੁੰਦੇ ਉਹਨਾਂ ਨੂੰ ਮਰਾਠੀ ਆਉਣੀ ਚਾਹੀਦੀ ਆ, ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੱਸ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਪੰਜਾਬ ਸਰਕਾਰ ਦੀ ਕੋਈ ਵੀ ਜੌਬ ਕਰਨੀ ਆ, ਤੁਹਾਨੂੰ ਪੰਜਾਬੀ ਜਿਹੜਾ 10th ਲੈਵਲ ਤੱਕ ਤੁਹਾਡੀ ਪੰਜਾਬੀ ਜਿਹੜੀ ਆ ਉਹ ਕਲੀਅਰ ਹੋਣੀ ਚਾਹੀਦੀ ਆ। ਪੰਜਾਬ ਸਰਕਾਰ ਦੀ ਗਵਰਨਮੈਂਟ ਜੌਬ ਦੀ ਗੱਲ ਕਰ ਰਹੇ ਤੁਸੀਂ ਉੱਥੇ? ਹਾਂਜੀ ਬਿਲਕੁਲ ਬਿਲਕੁਲ, ਮੈਂ ਆਟੋ ਰਿਕਸ਼ਾ ਗਵਰਨਮੈਂਟ ਜੌਬਸ ਨੇ। मैं ये गवर्नमेंट दविंदर जी चलो एक मिनट परमिंदर सिंह एक मिनट होल्ड ऑन परमिंदर सिंह परमिट ए परमिट आ और नाल दी नाल जे 15 ਸਾਲਾਂ ਤੋਂ ਬੰਦਾ ਜਿਹੜਾ ਵੀ ਹੈਗਾ ਆ ਉਹ ਮਹਾਰਾਸ਼ਟਰ ਦੇ ਵਿੱਚ ਰਹਿ ਰਿਹਾ ਹੈ ਜਾਂ ਬੰਬੇ ਦੇ ਵਿੱਚ ਰਹਿ ਰਿਹਾ ਹੈ ਤੇ ਉਹ ਮਰਾਠੀ ਕਾਫੀ ਹੱਦ ਤੱਕ ਜਾਣਦਾ ਮੈਂ ਤਾਂ ਤੁਹਾਡੇ ਸੈਕਿੰਡ ਰੂਲ ਤੇ ਹੀ ਚੱਲਾ ਸੀ ਦਵਿੰਦਰ ਜੀ। ਜਿਹੜਾ 15 ਸਾਲ ਵਾਲਾ ਰੂਲ ਆ ਇਹ ਤੇ ਬਿਲਕੁਲ ਹੀ ਕੀ ਕਹਿੰਦੇ ਗਲਤ ਰੂਲ ਆ। ਬੇਸਿਕਲੀ ਹੁਣ ਇੱਥੇ ਇਹ ਕੀ ਕਰਨ ਡਿਆ ਕਿ ਜਿਹੜੇ ਵੀ ਗਰੀਬ ਕੀ ਕਹਿੰਦੇ ਸਿਟੀਜ਼ ਤੋਂ ਜਾਂ ਗਰੀਬ ਸਟੇਟਸ ਤੋਂ ਲੋਕ ਹੁੰਦੇ ਆ ਉਹਨਾਂ ਨੂੰ ਜੌਬ ਕਰਨ ਤੋਂ ਰੋਕ ਰਹੇ ਨੇ। ਜੇ ਵੇਖਿਆ ਜਾਵੇ ਜਿਹੜੇ ਆਟੋ ਰਿਕਸ਼ਾ ਜੌਬ ਕਰਨੀਆਂ ਨੇ ਦਵਿੰਦਰ ਜੀ, ਇਹ ਕੋਈ ਹਾਈਲੀ ਸਕਿਲਡ ਲੋਕਾਂ ਦੀ ਜੌਬ ਨਹੀਂ ਹੈਗੀ, ਇਹ ਲੋ ਸਕਿਲਡ ਜੌਬਸ ਨੂੰ ਆਪਣੇ ਲੋਕਾਂ ਵਾਸਤੇ ਰੋਕ ਰਹੇ ਨੇ, ਚਾਹੁੰਦੇ ਨੇ ਸਿਰਫ ਸਾਡੀ ਮਰਾਠੀ ਲੋਕ ਹੀ ਇਹ ਜੌਬ ਕਰਨ। ਬੇਸਿਕਲੀ ਪਰਮਿੰਦਰ ਸਿੰਘ ਜੀ, ਰੌਲਾ ਕੀ ਹੋਣਾ ਜਿਹੜਾ ਨਾਰਥ ਅਮਰੀਕਾ ਯੂਰਪ ਦੇ ਵਿੱਚ ਅਸੀਂ ਟੈਕਸੀਆਂ ਦਾ ਜਿਹੜਾ ਰੌਲਾ ਪੈ ਰਿਹਾ, ਬਿਲਕੁਲ ਉਸੇ ਰੌਲੇ ਦੀ ਗੱਲ ਕਰ ਰਹੇ ਆ। ਇੱਕ ਬਲੈਕ ਮਾਰਕੀਟ ਕੀਤੀ ਜਾ ਰਹੀ ਆ ਸਿਰਫ ਮਰਾਠੀਆਂ ਨੂੰ ਫਾਇਦਾ ਦੇਣ ਦੇ ਲਈ। ਪਰਮਿਟ ਦਿੱਤੇ ਜਾ ਰਹੇ ਨੇ, ਚਲਾਉਣੇ ਤਾਂ ਵਿਚਾਰੇ ਬਿਹਾਰੀਆਂ ਨੇ। ਇਹਦਾ ਮਤਲਬ ਇੱਕ ਬਲੈਕ ਮਾਰਕੀਟ ਦੇ ਲਈ ਸਿਰਫ ਮਰਾਠੀਆਂ ਨੂੰ ਐਲੀਜੀਬਲ ਕਰ ਦਿੱਤਾ ਕਿ ਤੁਹਾਨੂੰ ਬਲੈਕ ਮਾਰਕੀਟ ਦੇ ਵਿੱਚ ਪਰਮਿਟ ਤੁਸੀਂ ਕਰੋੜਾਂ ਰੁਪਈਆ ਦਾ ਵੇਚੋਗੇ, ਉਹ ਤੁਹਾਨੂੰ ਪਰਮਿਟ ਦੇ ਦਿੱਤਾ। ਤੇ ਜਿਹੜੇ ਬਿਹਾਰੀ ਨੇ ਉਹ ਇੱਥੇ ਆ ਕੇ ਤੁਹਾਡੇ ਮਜ਼ਦੂਰ, ਉਹਨਾਂ ਦੀ ਸਟੇਟਸ ਹੋਰ ਨੀਵੀਂ ਹੋ ਜਾਊਗੀ। ਇਹੀ ਕੁਛ ਟੋਰਾਂਟੋ ਦੇ ਵਿੱਚ ਵੀ ਹੋ ਰਿਹਾ, ਕੈਲਗਰੀ ਦੇ ਵਿੱਚ ਵੀ ਹੋ ਰਿਹਾ, ਵੈਨਕੂਵਰ ਦੇ ਵਿੱਚ ਵੀ ਹੋ ਰਿਹਾ। ਟੈਕਸੀ ਪਲੇਟਾਂ ਫਰੀਜ਼ ਕੀਤੀਆਂ ਹੋਈਆਂ ਨੇ। ਜੇ ਕੱਲ ਨੂੰ ਟੈਕਸੀ ਪਲੇਟਾਂ ਦੇਣ ਵੇਲੇ ਕਹਿ ਦਿੱਤਾ ਜਾਵੇ ਕਿ ਸਿਰਫ ਕੈਨੇਡੀਅਨਸ ਜਿਹੜੇ ਦੋਨੇ ਲੈਂਗੁਏਜ ਸਪੀਕਰ ਹੋਵੇ ਉਹਨਾਂ ਨੂੰ ਹੀ ਦਿੱਤੀ ਜਾਊਗੀ, 15 ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਆ, ਤਾਂ ਆਪਣਾ ਜਿਹੜਾ ਇਮੀਗ੍ਰੈਂਟ ਭਾਈਚਾਰਾ ਉਸ ਵੇਲੇ ਠੀਕ ਹੋਊਗਾ। ਜੇ ਅਸੀਂ ਇੱਥੇ ਇਮੀਗ੍ਰੈਂਟ ਆ ਕੇ ਹੱਕਾਂ ਦੀ ਮੰਗ ਕਰਦੇ ਆ ਤਾਂ ਉਹ ਬਿਹਾਰੀ ਵੀ ਇਮੀਗ੍ਰੈਂਟ ਆ, ਚਾਹੇ ਉਹ ਪ੍ਰੋਵਿੰਸ਼ੀਅਲ ਬੇਸ ਤੇ ਇਮੀਗ੍ਰੇਸ਼ਨ ਕਰਦਾ ਹੋਵੇ, ਉੱਥੋਂ ਮੂਵ ਹੁੰਦਾ ਹੋਵੇ, ਉਹਨਾਂ ਦੇ ਹੱਕਾਂ ਦੀ ਰੱਖਿਆ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਪਰਮਿੰਦਰ ਸਿੰਘ ਜੀ। ਦਵਿੰਦਰ ਜੀ, ਇੱਥੇ ਆਈ ਥਿੰਕ ਜਿਹੜਾ ਕੰਸਰਨ ਸਭ ਤੋਂ ਵੱਡਾ ਹੈਗਾ ਉਹ ਸਿਕਿਉਰਿਟੀ ਦਾ ਕੰਸਰਨ ਲਿਆ ਜਾ ਰਿਹਾ ਹੈ। ਮਹਾਰਾਸ਼ਟਰ ਲੈਂਗੁਏਜ ਦੇ ਨਹੀਂ, ਜਿਹੜਾ 15 ਸਾਲ ਦਾ ਇੱਕ ਟਾਈਮ ਪੀਰੀਅਡ ਪਾਇਆ, ਮੈਂ ਪਰਸਨਲੀ ਫੀਲ ਕਰਦਾ ਕਿ ਇਹ ਟਾਈਮ ਪੀਰੀਅਡ ਜ਼ਰੂਰ ਜ਼ਿਆਦਾ ਹੈਗਾ। ਇਸ ਨੂੰ 5 ਸਾਲ ਤੱਕ ਹੋਣਾ ਚਾਹੀਦਾ ਸੀ। ਨਹੀਂ, ਲੈਂਗੁਏਜ ਦਾ ਸਿਕਿਉਰਿਟੀ ਨਾਲ ਕੀ ਚੱਕਰ, ਉਹ ਦੱਸੋ ਮੈਨੂੰ ਪਹਿਲਾਂ। ਮੈਂ ਲੈਂਗੁਏਜ ਦੀ ਮੈਂ ਆਈ ਥਿੰਕ ਅਸੀਂ ਸੈਕਿੰਡ ਜਿਹੜਾ ਪੁਆਇੰਟ ਹੈਗਾ ਉਹ ਡਿਸਕਸ ਕਰ ਰਹੇ ਸੀਗੇ ਕਿ ਨਹੀਂ, ਪਰ ਤੁਸੀਂ ਲੈਂਗੁਏਜ ਦਾ ਦੱਸੋ। ਸਿਕਿਉਰਿਟੀ ਦਾ ਮੁੱਦਾ ਲੈ ਕੇ ਆਏ ਹੋ। ਲੈਂਗੁਏਜ ਦਾ ਮੇਰਾ ਪੁਆਇੰਟ ਇਹ ਹੈਗਾ ਦਵਿੰਦਰ ਜੀ, ਜਦੋਂ ਤੁਸੀਂ ਲੋਕਲੀ ਲੋਕਾਂ ਨਾਲ ਇੰਟਰੈਕਟ ਕਰਦੇ ਹੋ ਤੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਤੁਹਾਨੂੰ ਮਰਾਠੀ ਸਪੋਕਨ ਮਿਲਦੇ ਨੇ। ਰਾਜ ਠਾਕਰੇ ਨੂੰ ਮਰਾਠੀ ਥੋੜੀ ਜਿਹੀ ਸੋਹਣੀ ਬੋਲਣੀ ਆਉਂਦੀ ਆ। ਵੀ ਆਲ ਨੋ ਵਾਟ ਹੀ ਡਸ, ਪਰ ਉਹ ਆਈ ਥਿੰਕ ਆਟੋ ਦਾ ਇਸਤੇਮਾਲ ਨਹੀਂ ਕਰਦੇ ਦਵਿੰਦਰ ਜੀ। ਬਟ ਹੀ ਇਜ਼ ਦਾ ਵਨ ਹੂ ਇਜ਼ ਜਿਹੜੇ ਸਭ ਕਰ ਰਹੇ ਨੇ, ਜਿਹੜਾ ਕੁਛ ਉਹ ਕਰ ਰਹੇ ਨੇ ਉਹ ਠੀਕ ਹੈ, ਕਿਉਂਕਿ ਮਰਾਠੀ ਸਪੋਕਨ ਆਰ ਵੈਰੀ ਸਿਕਿਉਰ। We can expect better security from Marathi speakers only. ਮੈਂ ਸਿਕਿਉਰਿਟੀ ਦੀ ਗੱਲ ਤਾਂ ਕਰ ਰਿਹਾ ਸੀਗਾ ਕਿਉਂਕਿ ਜਿਹੜੀ 15 ਸਾਲਾਂ ਦਾ ਰੈਜ਼ੀਡੈਂਟ ਕੋਈ ਵੀ ਹੋਊਗਾ ਉਹ ਆਪਣਾ ਜੋ ਪਰਮਿਟ ਉਸ ਨੂੰ ਇਸ਼ੂ ਕੀਤਾ ਜਾਊਗਾ, ਉਹਦੀ ਇੱਕ ਸੇਫਟੀ ਚੈੱਕ ਜਿਹੜਾ ਸਿਕਿਉਰਿਟੀ ਕਲੀਅਰੈਂਸ ਹੈਗਾ ਉਹ ਵੀ ਕੀਤਾ ਜਾ ਸਕਦਾ ਹੈ ਉਹਦੇ ਨਾਲ। ਕਿਤੇ ਨਾ ਕਿਤੇ ਮਰਾਠੀ ਲੈਂਗੁਏਜ ਦੇ ਨਾਲ ਕਿਤੇ ਧਾਰਮਿਕ ਸੈਗਮੈਂਟ ਤਾਂ ਨਹੀਂ ਜੁੜੇ ਹੋਏ ਕਿ ਜਦੋਂ ਅਸੀਂ ਸਾਰੇ ਜਾਣਦੇ ਹਾਂ ਕਿ ਮਰਾਠੀ ਕਿੱਥੋਂ, ਮਰਾਠਾ ਵਰਡ ਕਿੱਥੋਂ ਆ ਰਿਹਾ। ਮੁਸਲਿਮ ਜੋ ਮੁੰਬਈ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਕਾਫੀ ਪਰਸੈਂਟੇਜ ਮਰਾਠੀ ਨਹੀਂ ਬੋਲਦੀ। ਸਦੀਆਂ ਤੋਂ ਰਹਿ ਰਹੇ ਨੇ ਮੁੰਬਈ ਦੇ ਵਿੱਚ,
ਕਿਵੇਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਤੁਹਾਨੂੰ ਮਰਾਠੀ ਬੋਲਣੀ ਨਹੀਂ ਆਉਂਦੀ ਤੇ ਤੁਸੀਂ ਪਰਮਿਟ ਦੇ ਲਈ ਨਹੀਂ ਐਲੀਜੀਬਲ? ਇੱਕ ਪਾਸੇ ਲੈਂਗੁਏਜ, ਦੂਜੇ ਪਾਸੇ ਰਿਲੀਜਨ, ਹਾਹਾਕਾਰ ਮਚੂਗੀ ਜਾਂ ਨਹੀਂ ਹਰਪ੍ਰੀਤ ਜੀ? ਬਿਲਕੁਲ ਮਚੂਗੀ ਦਵਿੰਦਰ ਜੀ। ਐਕਚੁਅਲੀ ਮੈਂ ਤੁਹਾਡੇ ਜਿਹੜਾ ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤਾ ਸੀ ਟੈਕਸੀਆਂ ਵਾਲਾ, ਜੇ ਅੱਜ ਕੈਨੇਡਾ ਦੀ ਜਿਹੜੀ ਮਿਊਨਿਸਪਲ ਗਵਰਨਮੈਂਟ ਹੈ ਇਹ ਰੂਲ ਬਣਾ ਦੇ ਕਿ ਜਿਹਨੇ ਵੀ ਲਾਇਸੈਂਸ ਲੈਣਾ ਉਹਨਾਂ ਨੂੰ ਇੰਗਲਿਸ਼ ਤੇ ਕਿਊਬੈਕ ਆਉਂਦੀ ਹੋਊਗੀ, ਮੈਨੂੰ ਲੱਗਦਾ ਆਪਣੇ ਪੰਜਾਬੀਆਂ ਕੋਲ ਲਗਭਗ 95 ਤੋਂ ਲੈ ਕੇ 98% ਪਲੇਟਾਂ ਚਲੇ ਜਾਣਗੀਆਂ। ਤੇ ਉਹਦੇ ਵਾਸਤੇ ਪਰਮਿੰਦਰ ਜੀ ਤੁਹਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੋਊਗਾ। ਉੱਥੇ ਸਾਨੂੰ ਪਲੇਟਾਂ ਚਾਹੀਦੀਆਂ ਨੇ, ਉੱਥੇ ਅਸੀਂ ਕੈਨੇਡੀਅਨ ਸਿਟੀਜ਼ਨ ਆ, ਪਰ ਇੱਕ ਦੇਸ਼ ਵਿੱਚ ਰਹਿੰਦੇ ਹੋਵੇ, ਇੱਕੋ ਦੇਸ਼ ਦਾ ਪਾਰਟ ਹੁੰਦੇ ਹੋਵੇ, ਤੁਸੀਂ ਜਦੋਂ ਮੁੰਬਈ ਵਿੱਚ ਜਾਂਦੇ ਜੋ ਉੱਥੇ ਹਮੇਸ਼ਾ ਹੀ ਵਿਤਕਰਾ ਕੀਤਾ ਜਾਂਦਾ ਵਾ। ਜਿਹੜਾ ਆਪਾਂ ਥੋੜੇ ਚਿਰ ਪਿੱਛੇ ਚੱਲੀਏ ਦਵਿੰਦਰ ਜੀ, ਤੇ ਈਵਨ ਇੱਕ ਐਗਜ਼ਾਮ ਐਂਟਰੈਂਸ ਐਗਜ਼ਾਮ ਚੱਲਦਾ ਸੀ, ਉਹਨੂੰ ਅੰਦਰ ਵੜ ਕੇ ਬਿਹਾਰੀਆਂ ਨੂੰ ਕੁੱਟਿਆ ਸੀ। ਜਦੋਂ ਤੁਸੀਂ ਇਹ ਦੱਸੋ ਦਵਿੰਦਰ ਜੀ, ਜੇ ਕੋਈ ਵੀ ਕਮਿਊਨਿਟੀ ਆ ਜੇ ਉਹ ਪੜ੍ਹਨ 'ਚ ਵਧੀਆ ਵਾ, ਜੇ ਉਹ ਜਾ ਕੇ ਐਗਜ਼ਾਮ ਦਿੰਦੀ ਆ, ਉਹ 'ਚ ਭਾਵੇਂ ਅਸੀਂ ਸਿੱਖ ਹੋਈਏ, ਭਾਵੇਂ ਪੰਜਾਬ 'ਚ ਕੀ ਕਹਿੰਦੇ ਲਾ ਲਓ, ਦਿੱਲੀ ਤੋਂ ਜਾ ਕੇ ਲੋਕ ਐਗਜ਼ਾਮ ਦੇਣ, ਰਾਜਸਥਾਨ ਤੋਂ ਜਾ ਕੇ ਲੋਕ ਐਂਟਰੈਂਸ ਐਗਜ਼ਾਮ ਦੇਣ, ਜੇ ਉਹ ਪੜ੍ਹਨ 'ਚ ਵਧੀਆ ਨੇ, ਅਸੀਂ ਉਹਨਾਂ ਨੂੰ ਨਹੀਂ ਕੰਪੀਟ ਕਰ ਸਕਦੇ। ਜਾਂ ਤੇ ਤੁਸੀਂ ਕੋਈ ਉੱਥੋਂ ਦੀ ਗੌਰਮੈਂਟ ਕੋਲ ਲਾਅ ਹੋਵੇ ਜਿਹੜੀ ਉਹਨਾਂ ਨੂੰ ਕਵੇ ਕਿ ਦੂਜੇ ਸਟੇਟ ਤੋਂ ਲੋਕ ਆ ਕੇ ਨਹੀਂ ਐਗਜ਼ਾਮ ਦੇ ਸਕਦੇ, ਪਰ ਜੇ ਨਹੀਂ ਹੈਗਾ ਤੇ ਉਹਨਾਂ ਦਾ ਵੀ ਓਨਾ ਹੀ ਹੱਕ ਹੈ ਜਿੰਨਾ ਕਿ ਪੰਜਾਬੀ ਬੋਲਣ ਵਾਲਿਆਂ ਦਾ ਵਾ। ਪਰਮਿੰਦਰ ਸਿੰਘ ਜੀ, ਜੇ ਗੱਲ ਕੀਤੀ ਜਾਵੇ ਹੁਣ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਬਿਹਾਰ ਦੇ ਵਿੱਚ, ਮੋਦੀ ਸਰਕਾਰ ਉੱਥੋਂ ਆਪਣੀ ਇਲੈਕਸ਼ਨ ਜਿੱਤਣਾ ਚਾਹੁੰਦੀ ਆ, ਜਾਤ ਪਾਤ ਦਾ ਕਾਰਡ ਖੇਡ ਚੁੱਕੀ ਆ। ਮਾਂਝੀ ਸਾਹਿਬ ਤੇ ਰਾਮਬਾਲਾਸ ਪਾਸਵਾਨ ਨਾਲ ਜੋ ਉਹਨਾਂ ਨੇ ਪਿੱਛੇ ਜੇ ਗੁਪਤ ਮੀਟਿੰਗਾਂ ਕਰਕੇ ਜੋ ਸੀਟਾਂ ਦੀ ਵੰਡਣੀ ਕੀਤੀ ਆ, ਉੱਥੋਂ ਸਾਫ਼ ਜ਼ਾਹਿਰ ਹੋਇਆ ਕਿ ਉਹੀ ਭਾਜਪਾ ਜਿਸ ਨੂੰ ਅਸੀਂ ਧਰਮ ਨਿਰਪੇਖ ਦੀ ਗੱਲ ਤਾਂ ਕਰਦੇ ਹੁੰਦੇ ਸੀ ਕਿ ਧਰਮ ਨਿਰਪੇਖ ਪਾਰਟੀ ਨਹੀਂ ਕਿਹਾ ਜਾ ਸਕਦਾ, ਪਰ ਹੁਣ ਜਾਤ ਪਾਤ ਦੇ ਆਧਾਰ ਤੇ ਵੋਟ ਲੜ ਰਹੀ ਆ। ਜੋ ਕੁਝ ਅੱਜ ਮਹਾਰਾਸ਼ਟਰ ਦੇ ਵਿੱਚ ਹੋਇਆ, ਉਸ ਨਾਲ ਭਾਜਪਾ ਨੂੰ ਬਿਹਾਰ ਦੇ ਵਿੱਚ ਨੁਕਸਾਨ ਹੋਊਗਾ ਜਾਂ ਫਾਇਦਾ? ਬਿਲਕੁਲ ਦਵਿੰਦਰ ਜੀ, ਜਦੋਂ ਤੱਕ ਮੈਂ ਸਮਝਦਾ ਕਿ ਉੱਥੇ ਉਹਨਾਂ ਨੂੰ ਨੁਕਸਾਨ ਹੋਊਗਾ, ਕਿਉਂਕਿ ਇਹ ਵੈਸੇ ਜਿਹੜਾ ਬਿਹਾਰੀਆਂ ਦੇ ਖਿਲਾਫ ਮਹਾਰਾਸ਼ਟਰ ਦੇ ਵਿੱਚ ਇੱਕ ਸ਼ਿਵ ਸੈਨਾ ਵੱਲੋਂ ਮੁਹਿੰਮ ਚਲਾਈ ਗਈ ਆ, ਇਹਦਾ ਕਾਫੀ ਨੁਕਸਾਨ ਉੱਥੇ ਲੋਕਲ ਬਿਜ਼ਨੈਸਿਸ ਨੂੰ ਹੋਇਆ ਸੀਗਾ। ਲੋਕਲ ਉੱਥੇ ਲੇਬਰ ਦੀ ਸ਼ਾਰਟੇਜ ਜਿਹੜੀ ਸੀਗੀ ਉਹ ਆ ਚੁੱਕੀ ਸੀਗੀ, ਔਰ ਇਹਦਾ ਜਿਹੜੇ ਸਮਾਲ ਸਕੇਲ ਬਿਜ਼ਨਸ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਤੇ ਆਈ ਥਿੰਕ ਉਹ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਬਿਹਾਰ ਜਾਂ ਯੂਪੀ ਸਾਈਡ ਤੋਂ ਆਏ ਹੋਏ ਸੀਗੇ, ਤੇ ਉਹਦਾ ਇਫੈਕਟ ਜਿਹੜਾ ਹੁਣ ਹੈਗਾ ਹੈ ਇਹ ਜ਼ਰੂਰ ਰਿਫਲੈਕਟ ਕਰੂਗਾ ਬਿਹਾਰ ਦੇ ਵਿੱਚ। ਇੱਕ ਚੀਜ਼ ਹੋਰ ਦਵਿੰਦਰ ਜੀ ਮੈਂ ਕਮੈਂਟ ਕਰਨਾ ਚਾਹੁੰਦਾ, ਮੁੰਬਈ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਆ, ਉੱਥੇ ਬਹੁਤ ਬਾਹਰ ਦੀਆਂ ਫੋਰਨ ਕੰਟਰੀਜ਼ ਤੋਂ ਲੋਕ ਆ ਕੇ ਕੰਮ ਕਰਦੇ ਨੇ, ਖਾਸ ਕਰਕੇ ਟੈਕਨੀਕਲ ਵਰਲਡ IT ਸਪੋਰਟ ਦੇ ਬਹੁਤ ਕੰਮ ਨੇ। ਉਹਨਾਂ ਉੱਤੇ ਕਿਉਂ ਨਹੀਂ ਲਾਅ ਬਣਾਏ ਜਾਂਦੇ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਮਰਾਠੀ ਨਹੀਂ ਆਉਂਦੀ? ਕਿਉਂਕਿ ਉਦੋਂ ਸਾਨੂੰ ਜ਼ਰੂਰਤ ਆ, ਐਂਡ ਔਰ ਵੀ ਕੈਨਟ ਸੇ ਨੋ। ਧਰਮਿੰਦਰ ਜੋ ਆਪਣੇ ਬਾਲੀਵੁੱਡ ਦੇ ਹੀਰੋ ਰਹੇ ਨੇ ਇੰਨੇ ਚਿਰ ਤੋਂ, ਯੂ ਥਿੰਕ ਹੀ ਸਪੀਕਸ ਮਰਾਠੀ? ਪਰਮਿੰਦਰ ਜੀ ਹਾਂਜੀ, ਆਰ ਯੂ ਸ਼ੋਰ? ਬਿਲਕੁਲ ਦਵਿੰਦਰ ਜੀ, ਮੈਂ ਇਹ ਜਿਹੜੇ ਉੱਥੇ ਜ਼ਿਆਦਾਤਰ ਆਪਣੇ ਉੱਥੇ ਰਹਿ ਰਹੇ ਨੇ ਉਹ ਸਾਰੇ ਤਕਰੀਬਨ ਮਰਾਠੀ ਉਹਨਾਂ ਨੂੰ ਜ਼ਰੂਰ ਆਉਂਦੀ ਹੈ। ਤੁਸੀਂ ਟੈਸਟ ਲਏ ਉਹਨਾਂ ਦੇ ਕਿ ਉਦਾਂ ਹੀ? ਗੁਰਦਾਸ ਨਹੀਂ ਲਏ ਮੈਂ ਹਰਪ੍ਰੀਤ ਜੀ, ਮੈਂ ਟੈਸਟ ਨਹੀਂ ਲਏ ਹੈਗੇ ਉਹਨਾਂ ਦੇ। ਫਲੂਐਂਟ ਬੋਲਦੇ ਕਿ ਮਾੜੇ ਮੋਟੇ ਦੋ ਸ਼ਬਦ ਬੋਲਦੇ? ਮਰਾਠੀ ਨਾਲ ਵਾਕਿਫ ਨੇ, ਮਰਾਠੀ ਨਾਲ ਜ਼ਰੂਰ ਵਾਕਿਫ ਨੇ। ਗੁਰਦਾਸ ਮਾਨ ਜੋ ਪੰਜਾਬੀ ਮੂਵੀ ਵਿੱਚ ਕਲਾਕਾਰ ਨੇ, ਉਹ ਮੁੰਬਈ ਰਹਿੰਦੇ ਨੇ, ਉਹਨਾਂ ਨੂੰ ਮਰਾਠੀ ਆਉਂਦੀ ਆ? ਮੈਨੂੰ ਉਹਨਾਂ ਬਾਰੇ ਨਹੀਂ ਜਾਣਕਾਰੀ ਹਾਸਲ, ਲੇਕਿਨ ਮੈਨੂੰ so they shouldn't even allow to make movies in Bombay then, am I right? ਦਵਿੰਦਰ ਜੀ ਨਹੀਂ, ਇਹ ਗੱਲ ਦਵਿੰਦਰ ਜੀ ਕਿਤੇ ਵੀ ਨਹੀਂ ਆਈ ਹੈਗੀ ਕਿ ਉਹਨਾਂ ਨੂੰ ਮੂਵੀਜ਼ ਬਣਾਉਣ ਦੀ। ਪਰ ਜੇ ਰੂਲ ਬਣਨੇ ਸ਼ੁਰੂ ਹੀ ਹੋ ਚੁੱਕੇ ਨੇ ਤਾਂ ਫਿਰ ਕੱਲੇ ਰਿਕਸ਼ਿਆਂ ਤੇ ਕਿਉਂ, ਮੂਵੀ ਬਣਾਉਣ ਵਾਲਿਆਂ ਤੇ ਵੀ ਗੱਲਬਾਤ ਕਰਨੀ ਪਊਗੀ। ਦਵਿੰਦਰ ਜੀ ਥੋੜੇ ਚਿਰ ਪਹਿਲਾਂ ਇਹਨਾਂ ਨੇ ਟਰਾਈ ਕੀਤੀ ਸੀ, ਇਹਨਾਂ ਨੇ ਕਿਹਾ ਸੀ ਕਿ ਜਿਹੜਾ ਪ੍ਰਾਈਮ ਟਾਈਮ ਆ ਉਹਦੇ ਵਿੱਚ ਜਿਹੜੇ ਮਲਟੀਪਲੈਕਸਸ ਨੇ ਉੱਥੇ ਪਤਾ ਨਹੀਂ 50% ਥੀਏਟਰਸ ਜਾਂ ਉਹਨਾਂ ਨੂੰ ਕੁਝ ਟਾਈਮ ਦਿੱਤਾ ਸੀ, ਉੱਥੇ ਸਿਰਫ ਮਰਾਠੀ ਮੂਵੀ ਹੀ ਲੱਗੂਗੀ। ਬਟ ਜਦੋਂ ਹੁਣ ਮਲਟੀਪਲੈਕਸ ਦੇ ਓਨਰਸ ਨੇ ਕਿਹਾ ਕਿ ਵੀ ਕੈਨ ਡੂ ਦਿਸ, ਬੇਸਿਕਲੀ ਫਾਈਨੈਂਸ਼ੀਅਲੀ ਤੇ ਉਹ ਪ੍ਰੂਵ ਹੋ ਹੀ ਨਹੀਂ ਸਕਦਾ। ਦੂਜੀ ਗੱਲ, ਜਿਹੜੀ ਮੁੰਬਈ ਫਿਲਮ ਇੰਡਸਟਰੀ ਆ, ਬੰਬੇ ਫਿਲਮ ਇੰਡਸਟਰੀ ਆ, ਇੰਡੀਅਨ ਫਿਲਮ ਇੰਡਸਟਰੀ ਨੂੰ ਆਪਾਂ ਬਾਲੀਵੁੱਡ ਵੀ ਆਉਂਦੇ ਆ, ਜਦੋਂ ਉਹਨਾਂ ਨੇ ਵੇਖਿਆ ਕਿ ਇਹ ਕੀ ਹੋਣ ਲੱਗਿਆ ਵਾ ਕਿ ਬੇਸਿਕਲੀ ਸਾਡੀਆਂ ਮੂਵੀਆਂ ਤੇ ਮੁੰਬਈ 'ਚ ਪ੍ਰਾਈਮ ਟਾਈਮ ਤੇ ਲੱਗਣੀਆਂ ਨਹੀਂ, ਉੱਥੇ ਪ੍ਰਾਈਮ ਟਾਈਮ ਦੀ ਡੈਫੀਨੇਸ਼ਨ ਚੇਂਜ ਕਰ ਦਿੱਤੀ ਗਈ। ਉਹਨਾਂ ਆਖਿਆ ਕਿ 12 ਤੋਂ 2 ਵੀ ਦੁਪਹਿਰ ਦਾ ਪ੍ਰਾਈਮ ਟਾਈਮ ਆ। ਜਿਹੜੇ ਮੇਅਰ ਨੇ ਉੱਥੇ ਦੇ, ਜੇ ਉਹਨਾਂ ਦੀ ਮਿਊਨਿਸਪਲ ਕਮੇਟੀ ਦੀ ਗੱਲ ਕੀਤੀ ਜਾਵੇ, ਉਹ ਹਾਰਡਕੋਰ ਸੈਨੇਟ ਨੇ, ਸ਼ਿਵ ਸੈਨਾ ਦੇ ਸੈਨੇਟ ਨੇ। ਉਹ ਸ਼ਿਵ ਸੈਨਾ ਦੇ ਸੈਨੇਟ ਜੋ ਆਪਣੇ ਆਪ ਨੂੰ ਮਰਾਠੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਇਹ ਗੱਲ ਤਾਂ ਪੱਕੀ ਹੋਣੀ ਚਾਹੀਦੀ ਆ, ਪਰ ਜੇ ਦੂਜੇ ਪਾਸੇ ਇੱਕ ਇਸ਼ਾਰਾ ਕਿਤੇ ਇਸ ਨੂੰ ਉਸ ਕੌੜੀ ਰਾਜਨੀਤੀ ਦੀ ਗੱਲ ਨਾ ਕੀਤੀ ਜਾਵੇ ਜਿੱਥੇ ਇੱਕ ਲੈਂਗੁਏਜ ਜਾਂ ਭਾਸ਼ਾ ਨੂੰ ਵਰਤ ਕੇ ਡਿਵਿਜ਼ੀਬਲ ਪੋਲਿਟਿਕਸ ਕੀਤੀ ਜਾ ਰਹੀ ਆ, ਲੋਕਾਂ ਨੂੰ ਭਾਸ਼ਾ ਧਰਮ ਦੇ ਆਧਾਰ ਤੇ ਵੰਡਣ ਦੀ ਰਾਜਨੀਤੀ ਪ੍ਰੈਜ਼ੈਂਟ ਗਵਰਨਮੈਂਟ ਵੱਲੋਂ
ਦੂਜੇ ਧਰਮਾਂ ਤੇ ਦੂਜੇ ਲੈਂਗੁਏਜ ਸਪੋਕਨ ਤੇ ਥੋਪੀ ਜਾ ਰਹੀ ਆ। ਕੀ ਇਸ ਗੱਲ ਨਾਲ ਸਹਿਮਤ ਹੋ ਪਰਮਿੰਦਰ ਸਿੰਘ ਜੀ ਜਾਂ ਨਹੀਂ? ਦਵਿੰਦਰ ਜੀ, ਮੈਂ ਇਸ ਗੱਲ ਨਾਲ ਤਾਂ ਜ਼ਰੂਰ ਸਹਿਮਤ ਹੈਗਾ ਕਿ ਹੋਰ ਕਈ ਜਿਹੜੇ ਏਰੀਆਜ਼ ਹੈਗੇ ਆ ਉੱਥੇ ਧਰਮ ਦੇ ਬਿਹਾਫ ਦੇ ਉੱਤੇ ਜਾਂ ਹੋਰ ਉਹਨਾਂ ਦੇ ਖੇਤਰੀ ਜਿੱਥੋਂ ਬਿਲੋਂਗ ਕਰਦੇ ਖੇਤਰ ਨੂੰ ਉਹਦੇ ਬਿਹਾਫ ਦੇ ਉੱਤੇ ਉੱਥੇ ਜ਼ਰੂਰ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਹੈਗੀ ਆ, ਕੀਤੀ ਜਾਂਦੀ ਪਹਿਲਾਂ ਵੀ ਰਹੀ ਆ। ਪਹਿਲਾਂ ਕਈ ਬਹੁਤ ਮੁੱਦੇ ਵੀ ਉੱਠੇ ਇਸ ਚੀਜ਼ ਨੂੰ ਲੈ ਕੇ, ਪਰ ਮੈਂ ਇਸ ਚੀਜ਼ ਨੂੰ ਨਹੀਂ ਹੈਗਾ ਲੈ ਕੇ ਆ ਸਕਦਾ ਕਿ ਜਿਹੜੀ ਇਹ ਮੁੱਦਾ ਹੈਗਾ ਇਸ ਵੇਲੇ ਆਟੋ ਪਰਮਿਟਸ ਦੀ ਗੱਲ ਆ ਰਹੀ ਆ, ਉਹਦੇ ਵਿੱਚ ਰਾਜਨੀਤੀ ਜਿਹੜੀ ਕੀਤੀ ਜਾ ਰਹੀ ਆ ਉਹ ਸਿਰਫ ਤੇ ਸਿਰਫ ਇੱਕ ਸਮੁਦਾਇ ਨੂੰ ਜਾਂ ਇੱਕ ਪਾਰਟਿਕੂਲਰ ਲੈਂਗੁਏਜ ਸਪੀਕਿੰਗ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਜਿਹੜੇ ਲੋਕੀ ਹੁਣ ਮੁੰਬਈ ਮੂਵ ਹੋਣਾ ਚਾਹੁੰਦੇ ਨੇ, ਮੁੰਬਈ ਇਟ ਆਲਰੇਡੀ ਬਹੁਤ ਵੱਡਾ ਟੂਰਿਸਟ ਸਪੌਟ ਵੀ ਆ। ਹਰਪ੍ਰੀਤ ਜੀ, ਜੇ ਲੈਂਗੁਏਜ ਬੈਰੀਅਰ ਬਣਾਏ ਜਾਣਗੇ ਤਾਂ ਉਸ ਨਾਲ ਮੁੰਬਈ, ਜਿਸ ਨੂੰ ਇੱਕ ਅਸੀਂ ਵਰਲਡ ਕਲਾਸ ਸਿਟੀ ਕਹਿੰਦੇ ਆ, ਉਸ ਦੇ ਜਿਹੜੇ ਦੂਜੇ ਬਿਜ਼ਨਸ ਨੇ ਲਾਈਕ ਟੂਰਿਜ਼ਮ ਜਾਂ ਦੂਜੇ ਤੇ ਕੀ ਫਰਕ ਪੈ ਸਕਦਾ ਜਾਂ ਨਹੀਂ? ਬਿਲਕੁਲ ਪਊਗਾ ਦਵਿੰਦਰ ਜੀ। ਮੈਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੀ ਮੋਦੀ ਜੀ ਹੁਣ ਆਪਣੇ USA ਫੇਰੀ ਤੇ ਆ ਰਹੇ ਨੇ, ਨਿਊਯਾਰਕ ਫੇਰੀ ਤੇ ਆ ਰਹੇ ਨੇ, ਉਹਦੀਆਂ ਆਲਰੇਡੀ ਕੁਝ ਕੰਪਨੀਜ਼ ਵੱਲੋਂ, ਕੁਝ ਮਲਟੀਨੈਸ਼ਨਲ ਕੰਪਨੀਜ਼ ਵੱਲੋਂ ਗੱਲਾਂ ਹੋਣ ਲੱਗ ਗਈਆਂ ਨੇ। ਦੇ ਵਾਂਟ ਟੂ ਬਾਇਕਾਟ ਮੋਦੀ ਜੀ ਦੀ ਫੇਰੀ। क्यों? क्योंकि उन्होंने पता है कि इंडिया विच जो माइनॉरिटीज़ ना होंदा वा, वो एक कंपनीज़ ने पॉलिसी बना ली है कि असीं वो कंट्रीज़ नाल बिजनेस नहीं करना जिथे कि माइनॉरिटीज़ नाल धक्के हुंदे ने। सेम चीज़ हुण आपां बॉम्बे दी करिए, जदों किते ना किते गल्लां बाहर आउणगीआं ते किते ना किते बॉम्बे तो बिजनेस लूज ते होऊगा। हाँ जी, हुण ऑटो रिक्शे की गल आ, चलो वो थोड़े छोटे लेवल ते आ, पर जदों ये गल्लां उठणगीआं ते जिहड़ी बाहरों इन्वेस्टमेंट हुंदी है दविंदर जी, उहदा मुंबई ते नहीं, उहदा इंडिया ते भी हर्ट होऊगा ही होऊगा। सो राजनीति चलती रहिंदी आ, पार्टियां राजनीति करदियां रहिंदियां ने। जदों महाराष्ट्र सूबे की गल आउंदी आ, जदों महाराष्ट्र के नां ते गल कीती जांदी आ, तां जिहड़े शिव सैनिक ने वो अपने, चाहे भाजपा की गवर्नमेंट होवे चाहे कांग्रेस की, प्रचारक बन के उत्थे अपनी भाषा नूं किसी दूजे ते थोपण दा इशारा जरूर करते हैं। चाहे लोकी सरकारी नौकरियां की गल करते होइए, हुण आटो रिक्शा दे विच जिथे दूजियां बोलियां बोलन वाले दूजे सूबियां तो लोकी मूव होंदे ने, उन्हां ते अपनी भाषा थोपण की गल कर रहे हैं। इशारा यही आ कि वो लोकी नहीं चाहते कि बिहार, यूपी, पंजाब, दिल्ली तो लोकी इत्थे आउण ते अपने घर बसाउण, क्योंकि किते ना किते उन्हां नूं अपनी जमीन थल्लेों तिरसदी नज़र आ रही आ कि जिहड़े शिव सैनिक जिहड़ा गुंडा राज वो उत्थे चलाउणा चाहुंदे ने, वो शायद भाषा के सुधार ते चाहे मराठा के नां ते किसी ना किते उसनूं सेव किया जा सकता। धर्म की गल करिए, बिल्कुल इहदे विचों धर्म नूं भी रखते हैं, क्योंकि कई धार्मिक लोगों के विच लैंगुएज बेस्ड रिलीजन जरूर होंदे ने। दूजे पासे जे लैंगुएज की गल की जाए, दिल्ली वर्गे मैट्रोपोलिटन जे गल आवे भी, दिल्ली वर्गे मैट्रोपोलिटन शहर दे विच जे किसी लैंगुएज नूं प्राथमिकता दित्ती जाती आ तां ओह किहड़ी लैंगुएज होऊगी परमिंदर सिंह जी? दविंदर जी, ये तो मैनूं नहीं पता कि दिल्ली वर्गे, क्योंकि उत्थे तकरीबन हर क्यों दविंदर जी लोकल लैंग्वेज उत्थे जिहड़ी हैगी शायद हिंदी हैगी है, तो हिंदी आउणी मैं समझदा कि उत्थे जरूरी हैगी आ। तो जे तुसीं कहो कि उत्थे कली हिंदी बोल के या हिंदी तो इलावा होर बहुत सारियां भाषावां उत्थे चलदियां ने, पंजाबी आई थिंक उत्थे ज़्यादातर लोग अंडरस्टैंड करते हैं, उस तो इलावा इंग्लिश भी, क्योंकि काफ़ी पढ़िया लिखा तबका उत्थे ऑलरेडी एग्जिस्ट करता पिया है। तो उत्थे तुसीं कहो कि हाँ जी इन्हां लैंग्वेजेस नूं छड्ड के अगर कोई साउथ तो आके उत्थे कहे कि हाँ जी मैं तो तमिल ही बोलदा जी, तो मैं तमिल ही बोलनी आ, तो मैं नहीं समझदा कि उत्थे सर्वाइव कर सकदा है। ओके, सो यू आर कंपेयरिंग तमिल विद हिंदी, what is the difference between these two? दोनों च की डिफरेंस है? मैनू दविंदर जी डिफरेंस नहीं पता, लेकिन no, it's a straightforward difference. Hindi is a national language. Tamil and Marathi is a regional language. If you speak a national language, why? ਜਦੋਂ ਤੁਸੀਂ ਹਿੰਦੀ ਬੋਲਦੇ ਹੋ ਤਾਂ ਤੁਸੀਂ ਇਹ ਗੱਲ ਨਾਲ ਵੀ ਨਹੀਂ ਸਹਿਮਤ ਕਿ ਜੇ ਤੁਸੀਂ ਹਿੰਦੀ ਬੋਲਦੇ ਹੋ ਤਾਂ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕੀ ਜ਼ਿਆਦਾਤਰ ਤੁਹਾਡੀ ਭਾਸ਼ਾ ਸਮਝ ਲੈਂਦੇ ਨੇ ਜੇ ਹਿੰਦੀ ਬੋਲਦੇ ਹੋ? ਬਿਲਕੁਲ। ਸੋ ਜੇ ਤੁਹਾਨੂੰ ਗੱਲ ਸਮਝ ਹੀ ਆ ਰਹੀ ਆ ਤਾਂ ਆਹ ਗੱਲ ਕਦਾ ਰੋੜਾ ਪਾ ਰਿਹਾ ਕਿ ਜੇ ਤੁਹਾਨੂੰ ਹਿੰਦੀ ਆਉਂਦੀ ਆ ਮਰਾਠੀ ਵੀ ਨਾਲ ਜ਼ਰੂਰੀ ਆਉਣੀ ਚਾਹੀਦੀ ਆ। ਦਵਿੰਦਰ ਜੀ ਅਗੇਨ ਲੋਕਲ ਲੈਂਗੁਏਜ ਜਿਹੜੀ ਹੈਗੀ ਆਉਣ ਦਾ ਇਹ ਰੂਲ ਹੈਗਾ, ਪਹਿਲਾਂ ਤੋਂ ਐਗਜ਼ਿਸਟ ਕਰਦਾ ਪਿਆ ਹੈ। ਪਰਮਿੰਦਰ ਸਿੰਘ ਜੀ, ਇੱਕ ਤੁਸੀਂ ਥੋੜਾ ਜਿਹਾ ਇੱਥੇ ਰੁਕੋਗੇ, ਤੁਸੀਂ ਥੋੜੀ ਦੇਰ ਪਹਿਲਾਂ ਉਹਦੀ ਸਾਇੰਸ ਦੀ ਗੱਲ ਕਰ ਰਹੇ ਸੀ, ਪਰ ਜਿਹੜਾ ਲਾਅ ਹੈ ਤੇ ਪਰਮਿਟ ਵਾਸਤੇ ਬਣਿਆ ਵਾ, ਪਰਮਿਟ ਹੋਲਡਰ ਨੂੰ ਸਾਈਨ ਵੇਖਣ ਦੀ ਕੀ ਜ਼ਰੂਰਤ ਪੈ ਗਈ, ਜਦਕਿ ਸਾਈਨ ਤੇ ਡਰਾਈਵਰ ਨੇ ਵੇਖਣੇ ਆ। ਇੱਕ ਦੂਜੇ ਪਾਸੇ ਹੋਰ ਪਰਮਿੰਦਰ ਸਿੰਘ ਜੀ,
ਜਦੋਂ ਮਹਾਰਾਸ਼ਟਰ ਗਵਰਨਮੈਂਟ ਨੇ ਹੀ ਰੂਲ ਬਣਾਇਆ ਤਾਂ ਇਸ ਨੂੰ ਆਲ ਓਵਰ ਮਹਾਰਾਸ਼ਟਰ ਕਿਉਂ ਨਹੀਂ ਲਾਗੂ ਕੀਤਾ ਜਾਂਦਾ, ਸਿਰਫ ਮੁੰਬਈ ਸ਼ਹਿਰ ਦੇ ਵਿੱਚ ਕਿਉਂ ਲਾਗੂ ਕੀਤਾ ਜਾਂਦਾ? ਦਵਿੰਦਰ ਜੀ ਇਹ ਜਿਹੜਾ ਰੂਲ ਹੈਗਾ ਸਿਟੀ ਦੇ ਲਈ ਬਣਾਇਆ ਗਿਆ ਹੈ ਔਰ ਸਿਟੀ ਦੇ ਵਿੱਚ ਲਾਗੂ ਕੀਤਾ ਗਿਆ ਹੈ ਔਰ ਆਲ ਓਵਰ ਸ਼ਾਇਦ ਮਹਾਰਾਸ਼ਟਰ ਇਹਦੀ ਪੋਸੀਬਿਲਿਟੀ ਨਹੀਂ ਹੈਗੀ ਜਾਂ ਕਹਿ ਲਈਏ ਕਿ ਇਹਦੀ ਜੇ ਜ਼ਰੂਰਤ ਹੈਗੀ ਇਹ ਵੀ ਆ ਤੇ ਉਹ ਲੋਕਲ ਮਿਊਨਿਸਪੈਲਿਟੀਜ਼ ਅਲੱਗ-ਅਲੱਗ ਆਪਣੇ ਬਿਹਾਫ ਦੇ ਉੱਤੇ ਇਸ ਨੂੰ ਫੋਲੋ ਕਰ ਸਕਦੀਆਂ ਆ। ਪਰ ਦਿਸ ਹੀ ਇਜ਼ ਅ ਪ੍ਰੋਵਿੰਸ਼ੀਅਲ ਜਿਹੜਾ ਟਰਾਂਸਪੋਰਟ ਮਿਨਿਸਟਰ ਨੇ ਉਹ ਜਿਹੜੇ ਪ੍ਰਾਂਤ ਤੇ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੇ ਉਹਨਾਂ ਨੇ ਇਹ ਰੂਲ ਬਣਾਇਆ, ਲਾ ਬਣਾਇਆ। MMR ਦੇ ਲਈ ਜਿਹੜੀ ਰੀਜਨਲ ਅਥਾਰਟੀ ਜਿਹੜੀ ਸ਼ਹਿਰ ਦੀ ਅਥਾਰਟੀ ਆ ਉਹਨਾਂ ਦੇ ਵਿੱਚ 1 ਲੱਖ ਟਨ ਦੇ ਪਰਮਿਟ ਦੇਣੇ ਨੇ। ਪਰ ਜੇ ਮਰਾਠੀ ਬੋਲਦੇ ਹੋਵੋਗੇ 15 ਸਾਲਾਂ ਤੋਂ ਇੱਥੇ ਰਹਿੰਦੇ ਹੋਵੋਗੇ ਤਾਂ ਹੀ ਐਲੀਜੀਬਲ ਹੋ, ਨਹੀਂ ਤਾਂ ਅਪਲਾਈ ਨਾ ਕਰਿਓ। ਦਵਿੰਦਰ ਜੀ ਰੀਜ਼ਨ ਸਿੰਪਲ ਆ, ਦੂਜੇ ਸਿਟੀਜ਼ ਕਿਉਂ ਨਹੀਂ ਬਣਾਇਆ? ਕਿਉਂਕਿ ਬੰਬੇ ਵਿੱਚ ਪੂਰੇ ਇੰਡੀਆ ਤੋਂ ਲੋਕ ਆਉਂਦੇ ਨੇ, ਸਿੰਪਲ ਦੇ ਵਾਂਟ ਟੂ ਪ੍ਰੋਟੈਕਟ ਇਟ। ਉਹਨਾਂ ਨੂੰ ਪਤਾ ਕਿ ਜੇ ਇਹਨਾਂ ਨੂੰ ਅਸੀਂ ਬਲੌਕ ਕਰ ਦਾਂਗੇ ਸਾਡਾ ਕੰਮ ਤਾਂ ਵੀ ਚੱਲੀ ਜਾਣਾ। ਦੂਜੇ ਸ਼ਹਿਰ ਵਿੱਚ ਇੰਨੇ ਜ਼ਿਆਦਾ ਲੋਕ ਮਾਈਗ੍ਰੇਟ ਨਹੀਂ ਹੁੰਦੇ ਇੰਡੀਆ ਦੂਜੇ ਪ੍ਰੋਵਿੰਸ ਤੋਂ। ਜੇ ਤੁਸੀਂ ਬੰਬੇ ਤੋਂ ਚੱਲੋ ਸਾਂਡਲੀ, ਵਿਦਰਵਾ, ਉਸ ਤੋਂ ਬਾਅਦ ਜਾਨੀ ਜਦੋਂ ਬੰਗਲੌਰ ਬੰਨੀ ਨੂੰ ਜਾਂਦੇ ਹੋ, ਕਰਨਾਟਕਾ ਸੂਬੇ ਵੱਲ ਨੂੰ ਜਾਂਦੇ ਹੋ ਤਾਂ ਉੱਥੇ ਕਾਫੀ ਰੂਰਲ ਏਰੀਆ ਦੇ ਵਿੱਚ ਜਾਂ ਛੋਟੇ-ਛੋਟੇ ਸ਼ਹਿਰ ਇਨਕਲੂਡਿੰਗ ਈਵਨ ਪੂਨਾ, ਜਦੋਂ ਉੱਥੇ ਜਾਂਦੇ ਹੋ ਤਾਂ ਉੱਥੇ ਮਰਾਠੀ ਬੋਲਦੇ ਲੋਕੀ ਜ਼ਿਆਦਾ ਲੱਗਦੇ ਨੇ ਕਿਉਂਕਿ ਉਹ ਮੈਟਰੋਪੋਲੀਟਨ ਸ਼ਹਿਰ ਨਹੀਂ। ਪੂਨੇ ਨੂੰ ਛੱਡ ਕੇ ਜਿਹੜੇ ਦੂਜੇ ਸਾਂਡਲੀ ਵਰਗੇ ਨੇ ਸ਼ਹਿਰ ਨੇ, ਕਾਫੀ ਛੋਟੇ ਸ਼ਹਿਰ ਨੇ, ਬਾਰਡਰ ਤੇ ਨੇ। The people speak a lot of Marathi. Why didn't they make a law there? ਉੱਥੇ ਤੇ ਜ਼ਿਆਦਾ ਮਰਾਠੀ ਬੋਲੀ ਜਾਂਦੀ ਆ। ਉੱਥੇ ਵੀ ਦਵਿੰਦਰ ਜੀ ਹੁਣ ਅਗਰ ਸਟੇਟ ਲੈਵਲ ਦੇ ਉੱਤੇ ਇਹ ਲਾਅ ਬਣਿਆ ਹੈਗਾ ਤੇ ਸਟੇਟ ਦੇ ਲਈ ਬਣਿਆ ਹੈ ਪਰ ਇੰਪਲੀਮੈਂਟ ਜਿਹੜਾ ਹੈ ਉਹ ਮੁੰਬਈ ਦੇ ਵਿੱਚ ਕੀਤਾ ਜਾ ਰਿਹਾ ਹੈ। ਸੋ ਇਹਦੇ ਵਿੱਚ ਮੈਂ ਨਹੀਂ ਸਮਝਦਾ ਕੋਈ ਇਹਦੇ ਵਿੱਚ ਕੋਈ ਡਿਬੇਟ ਕਰਨ ਵਾਲੀ ਗੱਲ ਹੈਗੀ ਹੈ ਕਿ ਹਾਂ ਠੀਕ ਆ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਇੰਪਲੀਮੈਂਟ ਜਿਹੜਾ ਹੈ ਉਹ ਅਸੀਂ ਇੱਥੇ ਕਰਨਾ ਆ। ਤੇ ਤੁਸੀਂ ਇਹ ਸੋਚਦੇ ਹੋ ਕਿ ਕੱਲ ਨੂੰ ਸਾਡੇ ਸੂਬੇ ਦੀ ਇੱਥੇ ਦੀ ਪ੍ਰੀਮੀਅਰ ਰੈਚਲ ਨੋਟਲੇ ਜਾਂ ontario ਸੂਬੇ ਦੀ ਪ੍ਰੀਮੀਅਰ ਕੈਥਲੀਨ ਵੈਨ ਕੋਈ ਸ਼ਹਿਰ ਟੋਰਾਂਟੋ ਦੇ ਲਈ ਕੋਈ ਹੋਰ ਕਾਨੂੰਨ ਬਣਾਊਗੀ ਤੇ ਦੂਜੇ ਕੋਈ ਹੋਰ ਆਟਵਾ ਦੇ ਲਈ ਕੋਈ ਹੋਰ ਕਾਨੂੰਨ ਬਣਾਊਗੀ, will you be happy with that? ਨਹੀਂ ਦਵਿੰਦਰ ਜੀ ਮੈਂ ਬਿਲਕੁਲ ਨਹੀਂ ਹੋਊਂਗਾ ਜੀ। So if she brought something on a language base, will you support that? No. So why are you supporting in Mumbai? ਦਵਿੰਦਰ ਜੀ ਅਗੇਨ ਲੈਂਗੁਏਜ ਬੇਸਡ ਜਿਹੜਾ ਹੈਗਾ ਹੁਣ ਜਿਹੜੀ ਲੈਂਗੁਏਜ ਸਾਨੂੰ ਨਹੀਂ ਆਉਂਦੀ ਪਈ ਅਸੀਂ ਉਸ ਉਹ ਲੈਂਗੁਏਜ ਦੇ ਬਿਹਾਫ ਦੇ ਉੱਤੇ ਕੋਈ ਪਰਮਿੰਦਰ ਸਿੰਘ ਜੀ ਤੁਹਾਨੂੰ ਫ੍ਰੈਂਚ ਨਹੀਂ ਆਉਂਦੀ, ਜੇ ਕੱਲ ਨੂੰ ਫ੍ਰੈਂਚ ਮੈਨੂੰ ਮੈਂ ਮੰਨਦਾ ਨਹੀਂ ਆਉਂਦੀ, ਅਗਰ ਫ੍ਰੈਂਚ ਦੇ ਉੱਤੇ ਰੂਲ ਬਣੂਗਾ ਤੇ ਮੈਨੂੰ ਮੈਂ ਸ਼ਾਇਦ ਉਸ ਨੂੰ ਜ਼ਰੂਰ ਅਪੋਜ਼ ਕਰੂੰਗਾ। ਪਰ ਦਵਿੰਦਰ ਜੀ ਮੈਂ ਇੱਕ ਕਮੈਂਟ ਕਰਨਾ ਚਾਹੁੰਦਾ ਹਾਂ, ਇੱਕ ਮਿੰਟ ਪਰਮਿੰਦਰ ਸਿੰਘ ਜੀ ਵੇਟ ਕਰੋ ਪਲੀਜ਼। ਮਹਾਰਾਸ਼ਟਰ ਦੇ ਵਿੱਚ 15 ਸਾਲ ਪਰਮਿੰਦਰ ਸਿੰਘ ਜੀ ਆਈ ਵਾਂਟ ਟੂ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦਾ ਹਾਂ। ਤੁਹਾਨੂੰ ਮਰਾਠੀ ਆਉਣੀ ਚਾਹੀਦੀ ਆ। ਦਵਿੰਦਰ ਜੀ ਜਦੋਂ ਆਪਣੇ ਪੰਜਾਬੀ ਪਰਮਿੰਦਰ ਸਿੰਘ ਜੀ ਨਹੀਂ ਮੈਂ ਥੋੜਾ ਜਿਹਾ ਇਹਨੂੰ ਕੈਨੇਡਾ ਦੇ ਨਾਲ ਹੀ ਰੱਖਣਾ ਚਾਹੁੰਦਾ। ਅਸੀਂ ਸਾਰੇ ਜਾਣਦੇ ਹਾਂ ਜਦੋਂ ਇੱਥੇ ਸੀਨੀਅਰ ਆਉਂਦੇ ਨੇ 10 ਸਾਲ ਬਾਅਦ ਉਹਨਾਂ ਨੂੰ ਪੈਨਸ਼ਨ ਮਿਲਦੀ ਆ, ਉਸ ਤੋਂ ਬਾਅਦ ਜਿਹੜੀ ਸਿਟੀਜ਼ਨਸ਼ਿਪ ਆ ਉਸ ਨੂੰ 5 ਸਾਲ 6 ਸਾਲ ਤਾਂ ਲੱਗ ਹੀ ਜਾਂਦੇ ਨੇ ਲੈਣ ਲਈ। ਜਦੋਂ ਇੰਨੇ ਸਾਲ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤੁਹਾਨੂੰ ਇੰਗਲਿਸ਼ ਆਉਂਦੀ ਆ ਤਾਂ ਅਸੀਂ ਉਦੋਂ ਕਿੰਤੂ ਪਰੰਤੂ ਕਿਉਂ ਕਰਦੇ ਆ? ਹੁਣ ਤਾਂ ਤੁਸੀਂ ਕਹਿੰਦੇ ਹੋ ਜੇ ਤੁਸੀਂ ਉੱਥੇ ਮਹਾਰਾਸ਼ਟਰ 'ਚ ਰਹਿੰਦੇ ਹੋ ਤਾਂ ਮਰਾਠੀ ਬੋਲ ਹੀ ਲਾਉਂਗੇ, ਤਾਂ ਜਿਹੜੇ ਸਾਡੇ ਇੱਥੇ ਭਾਈ ਭੈਣ ਵੀਰਾਂ ਭਾਵਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਸ ਵੇਲੇ ਕੀ ਪ੍ਰੋਬਲਮ ਹੋ ਜਾਂਦੀ ਹੈ? ਪਰਮਿੰਦਰ ਜੀ ਇਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪਿੱਛੇ ਵੇਖੀਏ, ਜਦੋਂ ਅਸੀਂ ਪੰਜਾਬ ਤੋਂ ਇਮੀਗ੍ਰੇਸ਼ਨ ਅਪਲਾਈ ਕਰਦੇ ਆ, ਜੇ ਕੈਨੇਡੀਅਨ ਗਵਰਨਮੈਂਟ ਕਹਦੇ ਤੁਹਾਨੂੰ ਜੇ ਅੰਗਰੇਜ਼ੀ ਆਉਂਦੀ ਨਹੀਂ ਅਸੀਂ ਲੈਣਾ ਹੀ ਨਹੀਂ, ਤੇ ਮੈਨੂੰ ਲੱਗਦਾ ਕਿ 60-70% ਪੰਜਾਬ ਤੋਂ ਤੇ ਲੋਕ ਹੀ ਨਹੀਂ ਆ ਪਾਉਣਗੇ। ਫੈਮਿਲੀ ਕਲਾਸ ਰਾਈਟ? ਫੈਮਿਲੀ ਕਲਾਸ ਹਾਂਜੀ ਹਾਂਜੀ ਹਾਂ। ਤੇ ਪਰਮਿੰਦਰ ਸਿੰਘ ਜੀ ਫੈਮਿਲੀ ਕਲਾਸ ਦੇ ਵਿੱਚ ਇੰਗਲਿਸ਼ ਮਸਟ ਕਰ ਦੇਣੀ ਚਾਹੀਦੀ ਹੈ। ਬਜ਼ੁਰਗ ਕਿੱਦਾਂ ਆਉਣਗੇ ਪਰਮਿੰਦਰ ਸਿੰਘ ਜੀ? ਆਈ ਥਿੰਕ ਤੁਸੀਂ ਕੈਨੇਡਾ ਨੂੰ ਤੇ ਹਿੰਦੁਸਤਾਨ ਨੂੰ ਆਪਸ ਵਿੱਚ ਕੰਪੇਅਰ ਕਰ ਰਹੇ ਹੋ, ਦੋਨਾਂ ਦੀ ਜਿਹੜੀ ਸਿਚੁਏਸ਼ਨ ਹੈਗੀਆਂ ਉਹ ਅਲੱਗ-ਅਲੱਗ ਹੈਗੀਆਂ। ਤੇ ਤੁਸੀਂ ਇਹਦੀ ਸਪੋਰਟ ਕਿਉਂ ਕਰ ਰਹੇ ਹੋ ਜਦੋਂ ਤੁਸੀਂ ਇਹ ਮੰਨਦੇ ਹੋ ਸਿਚੁਏਸ਼ਨ? ਨਹੀਂ ਕਿਹੜੀ ਸਿਚੁਏਸ਼ਨ ਬੈਟਰ ਹੈ ਵੈਸੇ? ਬਟ ਆਫ ਕੋਰਸ ਕੈਨੇਡਾ ਦੀ ਬੈਟਰ ਹੈ ਜੀ। ਫਿਰ ਤੁਸੀਂ ਜਿਹੜੀ ਬੈਟਰ ਨਹੀਂ ਹੈ ਜੀ ਉਸ ਨੂੰ ਕਿਉਂ ਸਪੋਰਟ ਕਰ ਰਹੇ ਹੋ? ਉੱਥੇ ਹੋਰ ਵੀ ਦਵਿੰਦਰ ਜੀ ਪ੍ਰੋਬਲਮਸ ਹੈਗੀਆਂ, ਉੱਥੇ ਇੱਕ ਪ੍ਰੋਬਲਮਸ ਨਹੀਂ ਹੈਗੀਆਂ ਕਿ ਅਸੀਂ ਇਸ ਪ੍ਰੋਬਲਮ ਵਧਾ ਕਿਉਂ ਰਹੇ ਹੋ? ਫਿਰ ਤੁਸੀਂ ਪ੍ਰੋਬਲਮ ਕਿਉਂ ਵਧਾ ਰਹੇ ਹੋ? ਪ੍ਰੋਬਲਮ ਵਧਾਉਣ ਦੀ ਗੱਲ ਨਹੀਂ ਹੋ ਰਹੀ ਹਰਪ੍ਰੀਤ ਜੀ, ਇੱਥੇ ਸਿਰਫ ਤੇ ਕਿਉਂਕਿ ਲੋਕਲ ਲੋਕਾਂ ਦੇ ਨਾਲ ਤੁਸੀਂ ਉੱਥੇ ਇੰਟਰੈਕਟ ਕਰਨਾ ਆ। ਲੋਕਲ ਰੋਡ ਸਾਈਨਸ ਹੈਗੇ ਆ ਜਿਹੜੇ ਮਰਾਠੀ ਦੇ ਵਿੱਚ ਜਿੰਨੇ ਲੋਕਲ ਲੋਕ ਨੇ ਸਾਰੇ ਹਿੰਦੀ ਅੰਗਰੇਜ਼ੀ ਜਾਣਦੇ ਨੇ। ਤੇ ਸਪੈਕੂਲੇਸ਼ਨ ਤਾਂ ਅਸੀਂ ਨਹੀਂ ਕਰਦੇ, ਪਰ ਇਹ ਗੱਲ ਜ਼ਰੂਰ ਆ ਪਰਮਿੰਦਰ ਸਿੰਘ ਜੀ, ਇਹ ਗੱਲ ਤਾਂ ਤੁਸੀਂ ਮੇਰੇ ਨਾਲ ਮੰਨਣਾ ਚਾਹੋਗੇ ਕਿ ਇੰਨੀ ਵੱਡੀ ਆਬਾਦੀ ਵਾਲੇ ਮੁਲਕ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਭਾਸ਼ਾ ਬੋਲੀ ਜਾਂਦੀ ਆ ਉਹ ਹਿੰਦੀ ਆ ਜੀ। ਹਰਪ੍ਰੀਤ ਜੀ ਤੁਸੀਂ ਐਡਿਟ ਕਰਦੇ ਹੋ, ਜੇ ਤੁਹਾਨੂੰ ਹਿੰਦੀ ਆਉਂਦੀ ਆ ਤੇ ਦੂਜੀ ਰੀਜਨਲ ਭਾਸ਼ਾ ਸੈਕੰਡਰੀ ਹੋਣੀ ਚਾਹੀਦੀ ਆ। ਜੇ ਆਉਂਦੀ ਹੋਵੇ ਤਾਂ ਗੁੱਡ, ਪਰ ਯੂ ਕੈਨ ਨਾਟ ਪੁੱਟ ਅ ਰਿਜ਼ਰਵੇਸ਼ਨ ਬੇਸਡ ਔਨ ਦ ਰੀਜਨਲ ਲੈਂਗੁਏਜ, ਕਿਉਂਕਿ ਜਿਹੜੀ ਇੰਟਰਾ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਹੁੰਦੀ ਆ ਉਸ ਦੇ ਲਈ ਇਹ ਇੱਕ ਗਲਤ ਮੈਸੇਜ ਜਾਂਦਾ।
ਪੰਜਾਬੀਆਂ ਲਈ ਜਿਵੇਂ ਤਾਮਿਲਨਾਡੂ ਦੇ ਵਿੱਚ ਜਾਂਦੇ ਹੋ, ਮੈਂ ਸ਼ਰਤ ਲਾ ਲੈਂਦਾ ਕਿ ਪੰਜਾਬੀ ਜਾ ਕੇ 15 ਸਾਲ ਕੀ 20 ਸਾਲ ਦੇ ਵਿੱਚ ਵੀ ਤਾਮਿਲ ਨਹੀਂ ਸਿੱਖ ਸਕਦੇ। ਜੇ 40 ਸਾਲ ਦੀ ਉਮਰ ਤੋਂ ਬਾਅਦ ਜਾਂਦੇ ਹੋ, ਜੇ ਬਚਪਨ ਦੇ ਵਿੱਚ ਜਾਓਗੇ ਯੈਸ ਸਿੱਖ ਸਕਦੇ ਹੋ। ਇਹ ਉਮਰ ਦਾ ਤਕਾਜ਼ਾ, ਦਿਮਾਗ ਦਾ ਤਕਾਜ਼ਾ ਵੀ ਹੁੰਦਾ ਕਿ ਕਈ ਵਾਰ ਅਸੀਂ ਉਮਰ ਦੇ ਨਾਲ ਨਾਲ ਲੈਂਗੁਏਜ ਨਹੀਂ ਸਿੱਖ ਸਕਦੇ। ਪਰਮਿੰਦਰ ਸਿੰਘ ਜੀ ਜਿਹੜੇ 50 ਸਾਲ ਤੋਂ ਵੱਧ ਦੇ ਵਿਅਕਤੀ ਪੰਜਾਬੀ, ਬਿਹਾਰੀ ਜਾਂ ਯੂਪੀ ਦੇ ਅੱਜ ਮੁੰਬਈ ਦੇ ਵਿੱਚ ਮੂਵ ਹੋਣਗੇ ਜਾਂ ਪਿਛਲੇ 10 ਸਾਲਾਂ 'ਚੋਂ ਮੂਵ ਹੋਏ ਨੇ, ਜੇ ਮਰਾਠੀ ਨਹੀਂ ਬੋਲਦੇ ਡੋਮਿਸਾਈਲ ਤਾਂ ਹੋ ਸਕਦਾ, ਫਿਰ ਉਹਨਾਂ ਨੂੰ ਇਸ ਹੱਕ ਤੋਂ ਕਿਉਂ ਨਕਾਰਿਆ ਜਾ ਰਿਹਾ? ਦਵਿੰਦਰ ਜੀ ਇੱਥੇ ਜਿਹੜਾ ਇੱਕ ਰੂਲ ਹੈਗਾ ਆ ਉਹਦੇ ਵਿੱਚ ਇੱਕ ਇਹ ਕੰਡੀਸ਼ਨ ਹੈਗੀ ਆ ਕਿ ਅਗਰ ਤੁਸੀਂ 15 ਸਾਲ ਤੋਂ ਉੱਥੇ ਰਹਿ ਰਹੇ ਹੋ, ਉਸ ਦੇ ਬਾਵਜੂਦ ਅਗਰ ਤੁਸੀਂ ਮਰਾਠੀ ਤੁਹਾਨੂੰ ਨਹੀਂ ਆਉਂਦੀ ਤੇ ਉਹ ਗਵਰਨਮੈਂਟ ਜਿਹੜੀ ਉਹ ਡਿਨਾਈ ਨਹੀਂ ਕਰ ਸਕਦੀ ਤੁਹਾਨੂੰ ਜਿਹੜਾ ਸੋ ਯੂ ਕੈਨ ਸਟਿਲ ਗੈਟ ਅ ਲਾਇਸੈਂਸ, ਪਰਮਿਟ ਲੈ ਸਕਦੇ ਹੋ? ਪਰਮਿਟ ਲੈ ਸਕਦੇ ਹਾਂ ਬਿਲਕੁਲ ਦਵਿੰਦਰ ਜੀ। ਆਰ ਯੂ ਸ਼ੋਰ? ਗਵਰਨਮੈਂਟ ਡਿਨਾਈ, ਹਾਂਜੀ ਬਿਲਕੁਲ ਜੀ। ਹਾਂਜੀ I don't agree with ਪਰਮਿੰਦਰ ਸਿੰਘ ਜੀ, ਕਿਉਂਕਿ ਜੇ ਤੁਸੀਂ ਉੱਥੇ 15 ਸਾਲ ਤੋਂ then why we are debating? ਨਹੀਂ, ਪਰ ਦਵਿੰਦਰ ਜੀ ਇਹ 'ਚ ਵੀ ਇਸ਼ੂ ਆ। ਫਿਰ ਤੁਸੀਂ ਕੋਈ ਜਿਹੜੇ ਨਵੇਂ ਮਾਈਗ੍ਰੈਂਟ ਉਹਨਾਂ ਨਾਲ ਕੀ ਕਹਿੰਦੇ ਡਿਸਕ੍ਰਿਮੀਨੇਸ਼ਨ ਕਰ ਰਹੇ ਜੋ, ਜਦਕਿ ਜੌਬ ਅਪੋਰਚੁਨਿਟੀ ਸਾਰਿਆਂ ਵਾਸਤੇ ਈਵਨ ਹੋਣੀ ਚਾਹੀਦੀ ਆ। ਅਸੀਂ ਇੱਕ ਕੰਟਰੀ 'ਚ ਰਹਿੰਦੇ ਆ। ਦਵਿੰਦਰ ਜੀ ਮੇਰਾ ਇੱਕ ਮਿੰਟ, ਪਰਮਿੰਦਰ ਸਿੰਘ ਜੀ ਜੇ ਕਹਿੰਦੇ ਆਟੋ ਰਿਕਸ਼ਾ ਚਲਾਉਣਾ, what is your problem? ਜੇ ਕੋਈ ਆਟੋ ਰਿਕਸ਼ਾ ਚਲਾਉਣਾ ਚਾਹੁੰਦਾ ਹੈ ਤੁਸੀਂ ਉਹਨੂੰ ਰੋਕਣਾ ਕਿਉਂ ਚਾਹੁੰਦੇ ਜੋ? ਓਕੇ ਸੋ ਦਵਿੰਦਰ ਜੀ ਇੱਕ ਚੀਜ਼ ਇੱਕ ਕਮੈਂਟ ਹੋਰ ਮੈਂ ਕਰਨਾ ਚਾਹੁੰਦਾ, ਰੀਜ਼ਨ ਮਹਾਰਾਸ਼ਟਰ ਵਿੱਚ ਜਾਂ ਬੰਬੇ ਵਿੱਚ ਜਾਂ ਮੁੰਬਈ ਵਿੱਚ ਇਹ ਸਾਰਾ ਕੁਝ ਇਦਾਂ ਦੇ ਪੁੱਠੇ ਸਿੱਧੇ ਬੈਨ ਲਾਏ ਜਾ ਰਹੇ ਨੇ, ਮੀਟ ਬੈਨ ਜਾਂ ਆਟੋ ਰਿਕਸ਼ੇ ਵਾਸਤੇ ਕੀ ਕਹਿੰਦੇ ਸਿਰਫ ਪਰਟੀਕੂਲਰ ਲੈਂਗੁਏਜ ਵਾਸਤੇ, ਕਿਉਂਕਿ ਉਹ ਇੱਕ ਸਾਡੀ ਫਾਈਨੈਂਸ਼ੀਅਲ ਹੱਬ ਆ, ਸਾਡੀ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਆ। ਉਹਨਾਂ ਨੂੰ ਪਤਾ ਵਾ ਕਿ ਸਾਡੇ ਕੋਲ ਇੰਨੀ ਪਾਵਰ ਅਸੀਂ ਕਰ ਸਕਦੇ ਹਾਂ। ਬਸ ਆਹੀ ਰੀਜ਼ਨ ਆ, ਜੇ ਉਹਨਾਂ ਕੋਲ ਅੱਜ ਉਹ ਪਾਵਰ ਜੇ ਲਾ ਲਓ ਕਿ ਉੱਥੇ ਬਾਲੀਵੁੱਡ ਮੂਵ ਹੋ ਜਾਏ ਤੇ ਆਈ ਥਿੰਕ ਦੇ ਵਿਲ ਸਟਾਪ ਡੂਇੰਗ ਦਿਸ। ਨੋਬਲ ਗੱਲ ਕੀਤੀ ਜਾਵੇ ਪਰਮਿੰਦਰ ਸਿੰਘ ਜੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੈਨ ਫੈਸਟੀਵਲ ਦੇ ਦੌਰਾਨ ਲੋਕਾਂ ਨੂੰ ਮੀਟ ਨਹੀਂ ਖਾਣ ਦੇਣਾ। ਹਾਲਾਂਕਿ ਜੇ ਤੁਸੀਂ ਜੈਨ ਧਰਮ ਦੇ ਫੋਲੋਅਰ ਹੋ ਜਾਂ ਉਹਨੂੰ ਨਹੀਂ, ਉਹਦੇ 'ਚ ਮੀਟ ਨਹੀਂ ਖਾਂਦੇ ਲੋਕੀ, ਇਟਸ ਵੈਰੀ ਗੁੱਡ ਜੇ ਨਹੀਂ ਖਾਂਦੇ, ਪਰ ਜਿਹੜੇ ਲੋਕੀ ਖਾਂਦੇ ਨੇ ਉਹਨਾਂ ਨੂੰ ਨਹੀਂ ਖਾਣ ਦੇਣਾ। ਦੂਜੇ ਪਾਸੇ ਜੇ ਮਰਾਠੀ ਆਉਂਦੀ ਨਹੀਂ ਹੈਗੀ ਤਾਂ ਤੁਹਾਨੂੰ ਆਟੋ ਰਿਕਸ਼ਾ ਦਾ ਪਰਮਿਟ ਨਹੀਂ ਦੇਣਾ। ਇਹ ਗੱਲਾਂ ਕਿ ਕਿਤੇ ਨਾ ਕਿਤੇ ਲੋਕਾਂ ਦੀ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਨੂੰ ਹਰਟ ਤਾਂ ਜ਼ਰੂਰ ਕਰ ਰਹੀਆਂ ਨੇ। ਇਸ ਗੱਲ ਨਾਲ ਤਾਂ ਸਹਿਮਤ ਹੋਵੋਗੇ ਜਾਂ ਨਹੀਂ? ਦਵਿੰਦਰ ਜੀ ਜਿਹੜੀ ਮੀਟ ਬੈਨ ਹੋ ਗਿਆ ਜਾਂ ਕੁਝ ਹੋਰ ਜਿਹੜਾ ਪਹਿਲਾਂ ਉਥੋਂ ਬੀਫ ਬੈਨ ਲੱਗਾ ਸੀਗਾ, ਇਹ ਬਿਲਕੁਲ ਇੱਕ ਫਰੀडम ਜਿਹੜੀ ਹੈਗੀ ਆ ਰਿਲੀਜੀਅਸ ਫਰੀडम ਔਰ ਉਸ ਨੂੰ ਜ਼ਰੂਰ ਜਿਹੜਾ ਆ ਉਹ ਹਰਟ ਕਰਦਾ ਪਿਆ, ਕਿਸੇ ਇੱਕ ਪਾਰਟਿਕੂਲਰ ਇੱਕ ਸੈਗਮੈਂਟ ਨੂੰ ਜ਼ਰੂਰ ਜਿਹੜਾ ਹਰਟ ਕਰਦਾ ਪਿਆ। ਨਹੀਂ, ਈਵਨ ਲੈਂਗੁਏਜ ਤੇ ਵੀ ਤੁਸੀਂ ਜਦੋਂ ਬੈਨਸ ਲਾਉਂਦੇ ਜੋ, ਤੁਸੀਂ ਰਿਕਸ਼ੇ ਤੇ ਪਰਮਿਟ ਆਉਣ ਲੱਗੇ ਬੈਨ ਲਾਉਂਦੇ ਜੋ ਕਿ ਤੁਹਾਨੂੰ ਇੱਕ ਲੈਂਗੁਏਜ ਹੋਣੀ ਚਾਹੀਦੀ ਹੈ, ਉਦੋਂ ਵੀ ਕਿਤੇ ਨਾ ਕਿਤੇ ਲੋਕਾਂ ਦੀ ਫੀਲਿੰਗ ਹਰਟ ਕਰਦੀ ਆ। ਅਸੀਂ ਕੈਨੇਡਾ ਵਿੱਚ ਆ ਕੇ ਦਵਿੰਦਰ ਜੀ ਫਰੀडम ਆਫ ਸਪੀਚ ਦੀਆਂ ਗੱਲਾਂ ਕਰਦੇ ਹਾਂ, ਫਰੀडम ਆਫ ਐਕਸਪ੍ਰੈਸ਼ਨ ਦੀਆਂ ਗੱਲਾਂ ਕਰਦੇ ਹਾਂ, ਜਦਕਿ ਸਾਡੇ ਕੰਟਰੀ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਹੁਣ ਜੇ ਲਾ ਲਓ ਕਿ ਅੱਜ ਕੋਈ ਆਪਣੇ ਕੰਟਰੀ 'ਚ ਮਾਈਗ੍ਰੇਟ ਹੋਣਾ ਚਾਹੇ ਕਿਤੇ ਵੀ ਇੰਡੀਆ ਤੋਂ ਬੰਬੇ ਵਿੱਚ, ਉਹ ਆਟੋ ਰਿਕਸ਼ਾ ਦਾ ਪਰਮਿਟ ਨਹੀਂ ਲੈ ਸਕਦਾ। ਬਟ ਯੂ ਐਗਰੀ ਟੂ ਇਜ਼ ਦਿਸ ਅ ਬੈਰੀਅਰ? ਹਾਂਜੀ ਬਿਲਕੁਲ ਬੈਰੀਅਰ ਹੈ। ਹਾਂਜੀ ਪਰਮਿੰਦਰ ਸਿੰਘ ਜੀ, ਇਜ਼ ਦਿਸ ਅ ਬੈਰੀਅਰ ਟੂ ਸਟਾਪ ਦ ਮਾਈਗ੍ਰੇਸ਼ਨ? ਨਹੀਂ ਦਵਿੰਦਰ ਜੀ, ਇਸ ਨੂੰ ਅਸੀਂ ਬੈਰੀਅਰ ਨਹੀਂ ਕਵਾਂਗੇ। ਜੇ ਹੁਣ 15 ਸਾਲਾਂ ਦੀ ਕੰਡੀਸ਼ਨ ਹੈਗੀ ਆ, ਤੁਸੀਂ ਉਹ ਚੀਜ਼ ਨੂੰ ਕਹਿ ਸਕਦੇ ਕਿ ਹਾਂਜੀ ਇਹ ਇੱਕ ਬੈਰੀਅਰ ਹੈ, ਜ਼ਰੂਰ ਹੈਗਾ। ਪਰ ਅਗਰ ਤੁਸੀਂ ਕਹੋ ਕਿ ਹਾਂ ਲੈਂਗੁਏਜ ਹੀ ਸਿਰਫ ਬੈਰੀਅਰ ਹੈਗਾ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਲੈਂਗੁਏਜ ਇੱਕ ਬੈਰੀਅਰ ਦੇ ਤੌਰ ਤੇ ਉਸਨੂੰ ਦੇਖਿਆ ਜਾ ਸਕਦਾ। ਜੇ ਸਾਰੇ ਰਿਕਸ਼ਾ ਚਾਲਕ ਉੱਥੇ ਮਰਾਠੀ ਬੋਲਦੇ ਹੋਣ ਤਾਂ ਐਜ਼ ਏ ਓਵਰਆਲ ਕਸਟਮਰ ਹਾਊ ਯੂ ਵਿਲ ਫੀਲ ਇਟ? ਹਰਪ੍ਰੀਤ ਜੀ। ਦਵਿੰਦਰ ਜੀ ਜੇ ਹੁਣ ਆਪਾਂ ਕਹੀਏ ਕਿ ਮੈਂ ਬਾਹਰੋਂ ਵਿਜ਼ਿਟ ਕਰ ਰਿਹਾ ਹਾਂ, ਹੁਣ ਉੱਥੇ ਕਹੀਏ ਕਿ ਰਿਕਸ਼ੇ ਜਿੰਨੇ ਵਾਲੇ ਸਿਰਫ ਮਰਾਠੀ ਬੋਲਦੇ ਨੇ, ਤੇ ਮੇਰੇ ਖਿਆਲ ਤੇ ਪ੍ਰੋਬਲਮ ਹੈ, that is a problem। So they don't speak English, they don't speak Hindi, but they only speak Marathi। Basically ਉੱਥੋਂ ਦੀ ਗਵਰਨਮੈਂਟ ਨੂੰ ਤੇ ਇਹ ਕਰਨਾ ਚਾਹੀਦਾ, ਜੇ ਸਾਡੇ ਕੋਲ ਟੂਰਿਜ਼ਮ ਆ ਅਸੀਂ ਮੇਕ ਸ਼ੋਰ ਕਰੀਏ ਆਟੋ ਰਿਕਸ਼ਾ ਡਰਾਈਵਰਸ ਨੂੰ ਇੰਗਲਿਸ਼ ਜਿੱਦਾਂ ਆਪਾਂ ਕੈਲਗਰੀ ਵਿੱਚ ਜਾਂ ਦੂਜੇ ਇੱਥੋਂ ਸ਼ਹਿਰਾਂ ਵਿੱਚ ਟੈਕਸੀ ਲੈਂਦੇ ਆ ਤਾਂ ਉਹਦਾ ਲਾਇਸੈਂਸ ਲੈਂਦੇ ਆ, ਉਹਦੀ ਰਿਕੁਆਇਰਮੈਂਟ ਹੁੰਦੀ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ। ਸੇਮ ਥਿੰਗ ਉਹਨਾਂ ਨੂੰ ਉੱਥੇ ਕਰਨਾ ਚਾਹੀਦਾ, ਕਿਉਂਕਿ ਬੰਬੇ ਨੂੰ ਅਸੀਂ ਐਜ਼ ਏ ਇੰਟਰਨੈਸ਼ਨਲ ਸਿਟੀ ਮੰਨਦੇ ਆ, ਜਦਕਿ ਇਹ ਪੁੱਠਾ ਕੰਮ ਕਰ ਰਹੇ ਨੇ। ਸੋ ਨੈਸ਼ਨਲ ਲੈਂਗੁਏਜ ਤੋਂ ਰੀਜਨਲ ਲੈਂਗੁਏਜ ਤੇ ਜਾਣਾ, ਹਰਪ੍ਰੀਤ ਜੀ ਕਹਿੰਦੇ ਨੇ ਨੈਸ਼ਨਲ ਤੋਂ ਇੰਟਰਨੈਸ਼ਨਲ ਤਾਂ ਜਾਇਆ ਜਾ ਸਕਦਾ, ਪਰ ਰੀਜਨਲ ਕਿਉਂ ਜਾ ਰਹੇ ਹੋ? ਪਰਮਿੰਦਰ ਸਿੰਘ ਜੀ, ਡੂ ਯੂ ਐਗਰੀ ਵਿਦ ਹਿਮ ਔਰ ਨੋ? ਦਵਿੰਦਰ ਜੀ, ਇਹ ਆਈ ਥਿੰਕ ਇੱਕ ਪਲੱਸ ਪੁਆਇੰਟ ਹੋਊਗਾ ਅਗਰ ਰੀਜਨਲ ਲੈਂਗੁਏਜਸ ਜਿਹੜੀਆਂ ਹੈਗੀਆਂ ਉਹ ਜ਼ਰੂਰ ਆਉਂਦੀਆਂ ਹੋਣ ਨੈਸ਼ਨਲ ਲੈਂਗੁਏਜਸ ਦੇ ਨਾਲ, ਪਰ ਮੈਂ ਇਹ ਸਮਝਦਾ ਕਿ ਇਹਨੂੰ ਨੈਸ਼ਨਲ ਤੋਂ ਰੀਜਨਲ ਤੇ ਜਾਣਾ ਚਾਹੀਦਾ ਸੀ। ਰਿਕੁਆਇਰਮੈਂਟ ਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਹੈ ਜਾਂ ਰੀਜਨਲ?
ਰਿਕੁਆਇਰਮੈਂਟ ਵਰਕਫੋਰਸ ਨੈਸ਼ਨਲ ਜਿਹੜੀ ਹੈਗੀ ਉਹ ਕੰਪਲਸਰੀ ਹੋਣੀ ਚਾਹੀਦੀ ਆ, ਉਸ ਤੋਂ ਬਾਅਦ ਰੀਜਨਲ ਆਉਣੀ ਚਾਹੀਦੀ ਹੈ। ਪਰ ਇਸ ਦੇ ਵਿੱਚ ਕਿਤੇ ਇਹੀ ਤਾਂ ਲਿਖਿਆ ਨਹੀਂ ਕਿ ਹਿੰਦੀ ਔਰ ਮਰਾਠੀ। ਨਹੀਂ, ਇਹਦੇ ਬਾਰੇ ਮੇਰੇ ਕੋਲ ਨੌਲੇਜ ਨਹੀਂ ਹੈਗੀ। ਪਰ ਵਿਲ ਯੂ ਸਟਿਲ ਸਪੋਰਟ ਦਿਸ? ਬਿਲਕੁਲ। ਜੇ ਹਿੰਦੀ ਤੇ ਮਰਾਠੀ ਦੇ ਵਿੱਚੋਂ ਕੋਈ ਵੀ ਲੈਂਗੁਏਜ ਆਉਂਦੀ ਹੋਵੇ, ਜੇ ਨਹੀਂ ਲਿਖਿਆ ਹੋਇਆ ਤਾਂ ਤੁਸੀਂ ਫਿਰ ਵੀ ਸਪੋਰਟ ਕਰੋਗੇ? ਜੀ ਹਰਪ੍ਰੀਤ ਜੀ। ਦਵਿੰਦਰ ਜੀ, ਮੈਂ ਤਾਂ ਇਸ ਬਿੱਲ ਦਾ ਕਦੀ ਸਪੋਰਟ ਹੀ ਨਹੀਂ ਕਰਦਾ, ਤੇ ਮੈਂ ਤੁਹਾਨੂੰ ਅੱਜ ਦੱਸਣ ਡਿਆ ਆਮ ਵੈਰੀ ਸ਼ੋਰ ਕਿ ਇਹ ਬਿੱਲ ਵੀ ਕੋਰਟ ਵਿੱਚ ਚੈਲੰਜ ਹੋਊਗਾ ਹੀ ਹੋਊਗਾ। ਵੈਸੇ ਇਸ ਬਾਰੇ ਕਹਿਣਾ ਤਾਂ ਮੁਸ਼ਕਿਲ ਆ ਕਿ ਚੈਲੰਜ ਹੁੰਦਾ ਤਾਂ ਉਸ ਦਾ ਕੀ ਫੈਸਲਾ ਹੁੰਦਾ, ਪਰ ਜੋ ਵੀ ਮਹਾਰਾਸ਼ਟਰ ਸਰਕਾਰ ਵੱਲੋਂ ਫੈਸਲੇ ਜਾਂ ਬਿੱਲ ਲਿਆਂਦੇ ਜਾਂਦੇ ਨੇ ਉਹ ਇੱਕ ਤਰਫਾ ਹੀ ਹੁੰਦੇ ਨੇ। ਕਿਸੇ ਭਾਈਚਾਰੇ ਵੱਲੋਂ ਲੈਂਗੁਏਜ ਦੇ ਦੁਆਰਾ ਉਹਨਾਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਕਦੇ ਧਰਮ ਦੇ ਦੁਆਰਾ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਐਡੇ ਵੱਡੇ ਮੈਟਰੋਪੋਲੀਟਨ ਸ਼ਹਿਰ ਨੂੰ, ਮੁੰਬਈ ਦੇ ਵਿੱਚ, ਜਿਹੜਾ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੰਟਰਨੈਸ਼ਨਲ ਟੂਰਿਜ਼ਮ ਦਾ ਇੱਕ ਸਪੌਟ ਵੀ ਆ, ਐਡੀ ਵੱਡੀ ਇੰਡਸਟਰੀ ਆ ਇੰਡੀਆ ਦੇ ਵਿੱਚੋਂ, ਜੇ ਦੇਖਿਆ ਜਾਵੇ ਮੁੰਬਈ ਪਹਿਲੇ ਨੰਬਰ 'ਤੇ ਆਉਂਦਾ। ਪਰ ਜਦੋਂ ਉਸ ਨੂੰ ਇੱਕ ਰੀਜਨਲ ਜਾਂ ਛੋਟੀ ਜਿਹੀ ਘੇਰਾਬੰਦੀ ਦੇ ਵਿੱਚ ਵੰਡ ਜਾਣਾ ਚੰਗਾ ਨਹੀਂ ਦਿੰਦਾ, ਸ਼ੋਭਾ ਨਹੀਂ ਦਿੰਦਾ। ਅਖੀਰ ਦੇ ਵਿੱਚ ਟਾਈਮ ਕਾਫੀ ਹੋ ਚੁੱਕਿਆ, ਹੁਣ ਸਾਨੂੰ ਤੁਹਾਤੋਂ ਇਜਾਜ਼ਤ ਲੈਣੀ ਪੈਣੀ ਆ। ਇਜਾਜ਼ਤ ਲੈਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਬੇਨਤੀ ਕਰਨਾ ਚਾਹੂੰਗਾ ਕਿ ਇਸ ਪ੍ਰੋਗਰਾਮ ਸੰਬੰਧੀ ਆਪਣੇ ਵਿਚਾਰ ਜਾਂ ਸੁਝਾਅ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ। ਆਪਣੇ ਵਿਚਾਰ ਤੇ ਸੁਝਾਅ ਭੇਜਣ ਲਈ ਹੇਠ ਲਿਖਾ ਈਮੇਲ ਐਡਰੈਸ ਜਾਂ ਫੋਨ ਨੰਬਰ ਯੂਜ਼ ਕਰ ਸਕਦੇ ਹੋ। ਸਾਨੂੰ ਇਹਨਾਂ ਦਾ ਹਮੇਸ਼ਾ ਹੀ ਇੰਤਜ਼ਾਰ ਰਹਿੰਦਾ। ਇਹਨਾਂ ਸਦਕਾ ਹੀ ਪ੍ਰੋਗਰਾਮ ਨੂੰ ਚੰਗਾ ਬਣਾਉਣ ਦੇ ਵਿੱਚ ਕਾਫੀ ਮਦਦ ਮਿਲਦੀ ਆ। ਅਖੀਰ ਦੇ ਵਿੱਚ ਪਰਮਿੰਦਰ ਸਿੰਘ ਜੀ ਤੇ ਹਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ।